ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਤੁਹਾਡਾ ਸਾਰਿਆਂ ਦਾ ਸਵਾਗਤ NRI ਵਰਲਡ ਦੇ ਵਿੱਚ। ਸੋ ਬਹੁਤ ਸਾਰੇ ਮਸਲੇ ਨੇ ਜੋ ਦੁਨੀਆ ਦੇ ਵਿੱਚ ਵਾਪਰ ਰਹੇ ਨੇ ਔਰ ਜਿਨ੍ਹਾਂ ਦਾ ਅਸਰ ਪੂਰੀ ਦੁਨੀਆ ਦੇ ਉੱਤੇ ਪੈ ਰਿਹਾ ਹੈ, ਚਾਹੇ ਉਹ ਜੀਓਪੋਲਿਟਿਕਸ ਹੋਵੇ, ਚਾਹੇ ਉਹ ਜੀਓ ਇਕਨੋਮਿਕਸ ਹੋਵੇ। ਹਰ ਚੀਜ਼ ਦਾ ਅਸਰ ਸਾਡੇ ਸਾਰਿਆਂ ਦੀ ਜ਼ਾਤੀ ਜ਼ਿੰਦਗੀ ਦੇ ਉੱਤੇ, ਪਰਸਨਲ ਲਾਈਫ ਦੇ ਉੱਤੇ ਵੀ ਪੈਂਦਾ ਹੈ, ਸਾਡੇ ਪਰਸਨਲ ਡਿਸੀਜ਼ਨਸ ਦੇ ਉੱਤੇ ਵੀ ਪੈਂਦਾ ਹੈ। ਇਸ ਕਰਕੇ ਉਹਨਾਂ ਸਾਰੇ ਮਸਲਿਆਂ ਬਾਰੇ ਜਾਣਕਾਰੀ ਹਾਸਿਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਮੈਡਮ ਆਸ਼ਿਮਾ ਸਾਹਨੀ ਜੀ, ਜੋ ਕਿ ਪੋਲੀਟੀਕਲ ਐਨਾਲਿਸਟ ਨੇ, ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਨੇ, KMV ਕਾਲਜ ਜਲੰਧਰ ਤੋਂ। ਵੈਲਕਮ ਟੂ ਦ ਸ਼ੋ NRI ਵਰਲਡ ਮੈਮ। ਥੈਂਕ ਯੂ ਸਰ। ਸੋ ਬਹੁਤ ਕੁਝ ਹੋ ਰਿਹਾ ਹਾਂਜੀ ਹੁਣ, ਤੇ ਮਤਲਬ ਇਹ ਹੈ ਕਿ ਜਿੱਥੇ ਇੰਡੀਆ ਦੇ ਵਿੱਚ ਇਲੈਕਸ਼ਨਸ ਹੋਣੀਆਂ ਨੇ ਨਾ 2024 ਦੇ ਵਿੱਚ, ਉਹ ਸਾਰਿਆਂ ਦੀ ਨਜ਼ਰ ਹੈ ਅਮਰੀਕਾ ਦੇ ਵਿੱਚ ਵੀ ਸੇਮ ਈਅਰ ਦੇ ਵਿੱਚ ਇਲੈਕਸ਼ਨਸ ਹੋਣੀਆਂ ਨੇ ਔਰ ਟਰੰਪ ਸਾਹਿਬ ਦੀ ਆਪਣੀ ਸਾਰੀ ਗੱਲਬਾਤ ਚੱਲਦੀ ਰਹਿੰਦੀ ਹੈ। ਹਾਲਾਂਕਿ ਕਮਲਾ ਹੈਰਿਸ ਔਰ ਮੈਡਮ ਨਿੱਕੀ ਉਹਨਾਂ ਦੇ ਮੁਕਾਬਲੇ ਦੇ ਵਿੱਚ ਆਉਣ ਦੀ ਸਾਰੀ ਵਿਉਂਤਬੰਦੀ ਕਰਦੀਆਂ ਪਈਆਂ ਨੇ, ਪਰ ਉਹਨਾਂ ਤੋਂ ਹਟ ਕੇ ਆਪਾਂ ਕੁਝ ਦੂਸਰੇ ਮਸਲਿਆਂ 'ਤੇ ਆਉਂਦੇ ਹਾਂ ਜਿਨ੍ਹਾਂ ਦਾ ਵੀ ਉਨਾ ਹੀ ਜ਼ਿਕਰ ਕਰਨਾ ਜ਼ਰੂਰੀ ਹੈ, ਉਹਨਾਂ ਦਾ ਅਸਰ ਪੈ ਰਿਹਾ ਸਾਡੇ ਦੇ ਉੱਤੇ। ਇੰਡੀਆ ਦੀ ਇਲੈਕਸ਼ਨਸ 2024 ਦੇ ਵਿੱਚ ਇੱਕ BBC ਦੀ ਡਾਕੂਮੈਂਟਰੀ ਆਈ ਜਿਹੜੀ ਬੈਨ ਕਰ ਦਿੱਤੀ ਗਈ ਹੈ, ਉਹ ਵੀ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਔਰ ਇੰਟਰਨੈਸ਼ਨਲ ਪਲੇਟਫਾਰਮਸ ਦੇ ਉੱਤੇ ਲੋਕਾਂ ਨੇ ਦੇਖੀ ਵੀ ਹੈ ਔਰ ਉੱਥੇ ਵੀ ਚਰਚਾ ਹੋ ਰਹੀ ਹੈ। ਔਰ ਇੰਡੀਆ ਦੇ ਵਿੱਚ ਔਰ ਦਿੱਲੀ ਔਰ ਮੁੰਬਈ ਦੇ ਵਿੱਚ ਜੋ BBC ਦੇ ਆਫਿਸਿਸ ਨੇ, ਉੱਥੇ ਸਰਵੇ ਹੋ ਰਿਹਾ ਹੈ ਇਨਕਮ ਟੈਕਸ ਦਾ। ਸੋ ਫਸਟ ਟਾਈਮ ਇਨ ਹਿਸਟਰੀ ਜੋ BBC ਦੇ ਆਫਿਸਿਸ ਦੇ ਵਿੱਚ ਹੁੰਦਾ ਪਿਆ। ਦੂਜੀ ਰਿਪੋਰਟ ਆਈ ਹੈ ਹਿੰਡਨਬਰਗ ਰਿਪੋਰਟ, ਉਹਨੇ ਵੀ ਅੰਡਾਨੀ ਗਰੁੱਪ ਨੂੰ ਲੈ ਕੇ ਕਾਫੀ ਚਰਚਾ ਹਾਸਿਲ ਕੀਤੀ ਹੈ ਔਰ ਉਹ ਵੀ ਵਰਲਡ ਦੇ ਸੈਕਿੰਡ ਔਰ ਥਰਡ ਤੋਂ ਪਾਏਦਾਨ ਤੋਂ ਕਾਫੀ ਥੱਲੇ ਆ ਚੁੱਕੇ ਨੇ ਔਰ ਗਵਰਨਮੈਂਟ ਨਾਲ BJP ਨਾਲ ਕਾਫੀ ਨੇੜਤਾ ਕਹੀ ਜਾਂਦੀ ਹੈ ਔਰ ਉਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਸੈਂਟਰਲ ਗਵਰਨਮੈਂਟ ਕੋਈ ਜਵਾਬ ਕਿਉਂ ਨਹੀਂ ਦੇ ਰਹੀ ਔਰ ਉਸ ਦਾ ਇਕਨੋਮੀ ਦੇ ਉੱਤੇ ਵੀ ਅਸਰ ਪੈ ਰਿਹਾ, ਇੰਡੀਆ ਦੀ ਇਕਨੋਮੀ ਦੇ ਉੱਤੇ। ਔਰ ਇਸ ਵਕਤ ਜੋ ਗਰੁੱਪ ਹੈ ਅਡਾਨੀ ਗਰੁੱਪ, ਉਹਦੀ ਜੋ ਮਾਲੀ ਹਾਲਤ ਹੈ ਉਹਦੇ ਬਾਰੇ ਵੀ ਚਰਚਾ ਹੁੰਦੀ ਰਹਿੰਦੀ ਹੈ। ਹਾਲਾਂਕਿ FPO ਆਪਣਾ ਵਾਪਸ ਲੈ ਚੁੱਕੇ ਨੇ। ਸੋ ਇੱਕ ਇੰਟਰਨੈਸ਼ਨਲ ਲੈਵਲ 'ਤੇ ਕੰਮ ਕਰਦੇ ਨੇ ਇੱਕ ਬਿਜ਼ਨਸਮੈਨ ਨੇ ਜਾਰਜ ਸੋਰੋਸ। ਉਹਨਾਂ ਨੇ ਇੱਕ ਅਮਰੀਕਾ ਦੇ ਵਿੱਚ ਇੱਕ ਸੰਬੋਧਨ ਕਰਦੇ ਹੋਏ ਇੱਕ ਸੈਮੀਨਾਰ ਦੇ ਵਿੱਚ ਇਹ ਗੱਲ ਕੀਤੀ ਕਿ ਮੋਦੀ ਸਾਹਿਬ ਨੂੰ ਹਿੰਡਨਬਰਗ ਰਿਪੋਰਟ ਦੇ ਉੱਤੇ ਕੋਈ ਨਾ ਕੋਈ ਜਵਾਬ ਜ਼ਰੂਰ ਦੇਣਾ ਚਾਹੀਦਾ ਹੈ ਤਾਂ ਕਿ ਇੰਡੀਆ ਦੀ ਜਿਹੜੀ ਪਬਲਿਕ ਹੈ, ਜੋ ਸਿਟੀਜ਼ਨਸ ਨੇ, ਉਹਨਾਂ ਨੂੰ ਇੱਕ ਤਸੱਲੀ ਹੋਵੇ ਔਰ ਵਰਲਡ ਮਾਰਕੀਟ ਦੇ ਵਿੱਚ ਵੀ ਇਹ ਗੱਲ ਆਵੇ ਕਿ ਗਵਰਨਮੈਂਟ ਆਫ ਇੰਡੀਆ ਦੀ ਕੀ ਰਿਐਕਸ਼ਨ ਹੈ। ਸੋ ਯੈਸ, ਜਿਹੜੇ ਜਾਰਜ ਸੋਰਸ ਸਾਹਿਬ ਨੇ, ਇਹ ਹੰਗੇਰੀਅਨ ਬੌਰਨ ਨੇ ਜੀ ਐਂਡ ਹੀ ਇਜ਼ ਬਾਈ ਬਰਥ ਹੀ ਇਜ਼ ਅ ਜਿਊ ਐਂਡ ਹੀ ਇਜ਼ ਅ ਵੈਰੀ ਬਿਗ ਬਿਲੀਅਨਰ ਅਕੋਰਡਿੰਗ ਟੂ ਫੋਰਬਸ ਮੈਗਜ਼ੀਨ ਜਿਹੜੀ ਹੈ। 6.7 ਮਿਲੀਅਨ ਇਨ ਡਾਲਰਸ ਇੰਨਾ ਕੁ, ਜਿਹੜੇ ਕਿ ਕਾਫੀ ਜ਼ਿਆਦਾ ਰਕਮ ਹੋ ਜਾਂਦੀ ਹੈ। ਸੋ ਇਹਦੇ 'ਚ ਤਾਂ ਕੋਈ ਡਾਊਟ ਨਹੀਂ ਹੈ ਕਿ ਹੀ ਇਜ਼ ਅ ਵੈਰੀ 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 ਰਿਚ ਪਰਸਨ। ਨਾਓ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ, ਉਹਨਾਂ ਨੇ ਇਹ ਕਿਹਾ ਕਿ ਖਾਸ ਕਰ ਇੰਡੀਆ ਦੇ ਕੌਂਟੈਕਸਟ 'ਚ ਕਿ ਇੰਡੀਆ ਦੀ ਡੈਮੋਕ੍ਰੇਸੀ ਤਾਂ ਬਹੁਤ ਵਧੀਆ ਹੈ, ਲੇਕਿਨ ਇੰਡੀਅਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਉਹ ਡੈਮੋਕ੍ਰੈਟ ਨਹੀਂ ਹੈ। ਇਹਨੂੰ ਲੈ ਕੇ ਬਹੁਤ ਸਾਰੀਆਂ ਹੈਡਲਾਈਨਸ ਬਣੀਆਂ, ਖਾਸ ਕਰ ਇੰਡੀਅਨ ਸਬ ਕੌਂਟੀਨੈਂਟ 'ਚ। ਬਾਕੀ ਦੁਨੀਆ ਨੇ ਇਹਨੂੰ ਕਿੱਦਾਂ ਲਿਆ, ਡੈਟ ਇਜ਼ ਅ ਡਿਫਰੈਂਟ ਇਸ਼ੂ, ਬਟ ਇੰਡੀਅਨ ਮੀਡੀਆ ਲਈ ਇਹ ਇੱਕ ਬਹੁਤ ਹੀ ਵੱਡੀ ਗੱਲ ਸੀਗੀ। ਇੰਡੀਅਨ ਮੀਡੀਆ ਦੇ ਲਈ, ਇੰਡੀਅਨ ਡਾਇਸਪੋਰਾ ਦੇ ਲਈ, ਇੰਡੀਅਨ ਵਿਊਅਰਸ ਦੇ ਲਈ, ਮਤਲਬ ਜੋ ਵੀ ਹੈ, ਇਸ ਗੱਲ ਨੇ ਟ੍ਰਿਗਰ ਕਰ ਦਿੱਤਾ ਕਿ ਇਲੈਕਸ਼ਨ ਜਿਹੜੇ ਹੈ ਹੁਣ ਆ ਗਏ ਆ ਨੇੜੇ, ਬੈਲ ਵਜਾਤੀ ਹੈ। ਔਰ ਤੁਸੀਂ ਦੇਖੋ ਇੰਡੀਆ ਕਿੰਨਾ ਇੰਪੋਰਟੈਂਟ ਹੈ ਕਿ ਅਮਰੀਕਾ 'ਚ, ਨਿਊਯਾਰਕ 'ਚ ਬਹਿ ਕੇ ਇੱਕ ਇੰਨਾ ਰਿਚ ਬੰਦਾ ਇਹ ਸਟੇਟਮੈਂਟ ਦੇ ਰਿਹਾ। ਅੱਛਾ, ਫਿਰ ਉਹ ਕੋਈ ਕ੍ਰਾਈਟੀਰੀਆ ਵੀ ਨਹੀਂ ਦੱਸ ਰਿਹਾ ਵੀ ਕਿਸ ਬੇਸਿਸ 'ਤੇ ਉਹ ਇਹ ਸਭ ਕਹਿ ਰਿਹਾ। ਐਕਚੁਅਲੀ ਜਿਹੜੀ ਇਸ ਬੰਦੇ ਦੀ ਬੈਕਗਰਾਊਂਡ ਹੈ, ਹਾਂਜੀ, ਉਹ ਇਹ ਹੈ ਕਿ ਹੀ ਇਜ਼ ਅ ਬਿਜ਼ਨਸ ਟਾਈਕੂਨ ਔਰ ਇਹਨੇ ਕਈ UK ਦੇ ਬੈਂਕ ਵੀ ਤਬਾਹ ਕਰ ਦਿੱਤੇ ਸੀਗੇ ਬਿਕੋਜ਼ ਆਫ ਹਿਜ਼ ਮੈਨੀਪੂਲੇਸ਼ਨ ਆਫ ਮਨੀ। ਕਈ ਲੋਕਾਂ ਦੀਆਂ ਜ਼ਿੰਦਗੀਆਂ ਵੀ ਗਈਆਂ ਸੀਗੀਆਂ। ਹੁਣ ਜਿਹੜਾ ਇਹ ਬੰਦਾ ਹੈ, ਹੀ ਜਿੱਦਾਂ ਅਸੀਂ ਅਸਲੇ ਨਾਲ ਲੜਾਈ ਲੜਦੇ ਨਾ, ਹਥਿਆਰਾਂ ਨਾਲ, ਇਹ ਪੈਸੇ ਨਾਲ ਲੜਦਾ। ਇਹ ਪੈਸੇ ਨੂੰ ਡਿਪਲੋਏ ਕਰਦਾ ਹੈ in making of the governments and toppling down the governments। ਗੇਮ ਖੇਲਦਾ ਹੈ ਕਿਉਂਕਿ ਇਹ ਚਾਹੁੰਦਾ ਕਿ ਮੇਰੀ ਆਈਡੀਓਲੋਜੀ ਦੇ ਹਿਸਾਬ ਨਾਲ ਚੱਲੋ। ਆਈਡੀਓਲੋਜੀ ਉਹੀ ਹੈ ਕਿ ਜਿਹੜੀ ਸਰਕਾਰ ਨੂੰ ਇਹ ਲਾਈਕ ਕਰਦੇ ਜਿੱਥੋਂ ਇਹਨਾਂ ਦੇ ਪੈਸੇ ਬਣ ਸਕਣ। ਤੇ ਮੇਨ ਔਰ ਦੂਸਰੀ ਗੱਲ ਹੈ ਇੰਡੀਆ ਦੀ, ਜੇ ਅਸੀਂ ਗੱਲ ਕਰੀਏ ਤੇ ਜਾਰਜ ਸੋਰਸ ਦੀ ਜਿਹੜੀ ਸਟੇਟਮੈਂਟ ਆ ਉਹਨੂੰ ਪਸੰਦ ਵੀ ਕੀਤਾ ਗਿਆ। ਉਹਨੂੰ ਕਿੰਨੇ ਪਸੰਦ ਕੀਤਾ? ਜਿਹੜਾ ਲੈਫਟਿਸਟ ਗਰੁੱਪ ਹੈ, ਜਿਹੜੀ ਇੰਡੀਆ ਦੇ ਲੈਫਟਿਸਟ ਗਰੁੱਪ ਹੈ। ਅਦਰਵਾਈਜ਼ ਜੇ ਅਸੀਂ ਜੈ ਸ਼ੰਕਰ ਸਾਹਿਬ ਦੇਖੀਏ, ਜਿਹੜੇ ਇੰਡੀਅਨ ਦੇ ਫੋਰਨ ਮਿਨਿਸਟਰ ਹੈ, ਉਹਨਾਂ ਨੇ, ਮੈਂ ਉਹਨਾਂ ਨੂੰ ਕੋਟ ਕਰ ਰਹੀ, ਉਹਨਾਂ ਨੇ ਬੜੀ ਕੈਟਾਗੋਰੀਕਲੀ ਕੀਤਾ, ਹੀ ਇਜ਼ ਰਿਚ ਓਪੀਨੀਏਟਡ ਮੈਨ ਬਟ ਵੈਰੀ ਡੇਂਜਰਸ।
ਕਿਉਂਕਿ ਜਦੋਂ ਇੱਦਾਂ ਦੇ ਬੰਦੇ ਇੱਕ ਨੈਰੇਟਿਵ ਬਿਲਡ ਕਰਦੇ ਆ ਤੇ ਉਹ ਨੈਰੇਟਿਵ ਦਾ ਅਸਰ ਕਿਤੇ ਨਾ ਕਿਤੇ ਹੁੰਦਾ ਹੀ ਹੁੰਦਾ ਹੈ। ਸ਼ੋਰ। ਔਰ ਇੰਡੀਅਨ ਇਲੈਕਸ਼ਨਸ ਆਰ ਅਰਾਊਂਡ ਦੀ ਕਾਰਨਰ। ਤੇ ਇਸ ਚੀਜ਼ ਤੇ ਲੈ ਕੇ ਹੁਣ ਜੈ ਸ਼ੰਕਰ ਸਾਹਿਬ ਸਿੱਧਾ ਇਹ ਕਹਿੰਦੇ ਕਿ ਕਿਹੜੀ ਡੈਮੋਕ੍ਰੇਸੀ ਦੀ ਗੱਲ ਕਰਦੇ ਸੌਰਸ ਸਾਹਿਬ, ਵਿਚ ਡੈਮੋਕ੍ਰੇਸੀ ਐਂਡ ਵਿਚ ਗਲੋਬਲਾਈਜੇਸ਼ਨ। ਜੇ ਤੁਹਾਡੇ ਅਕੋਰਡਿੰਗਲੀ ਸਰਕਾਰ ਨਹੀਂ ਚੁਣੀ ਜਾਂਦੀ ਤੇ ਉਹ ਇਹਦਾ ਮਤਲਬ ਐਂਟੀ ਡੈਮੋਕ੍ਰੇਸੀ ਹੋ ਗਈ। ਵੀ ਹੁਣ ਜੈ ਸ਼ੰਕਰ ਸਾਹਿਬ ਇਹ ਕਹਿ ਰਹੇ ਹੈ ਕਿ ਡੈਮੋਕ੍ਰੇਸੀ ਲਈ ਦਾ ਡਿਬੇਟ ਹੋਣਾ ਬੜਾ ਜ਼ਰੂਰੀ ਹੈ। ਆਫਟਰ ਆਲ ਉਹਦੀ ਡੈਫੀਨੇਸ਼ਨ ਕੌਣ ਤੈਅ ਕਰੇਗਾ। ਲੇਕਿਨ ਜਿਹੜੀ ਇੰਡੀਆ ਦੀ ਡੈਮੋਕ੍ਰੇਸੀ, ਉਹਨਾਂ ਨੇ ਬੜਾ ਕਲੀਅਰਲੀ ਕਿਹਾ ਕਿ ਇੰਡੀਅਨ ਡੈਮੋਕ੍ਰੇਸੀ ਮੀਨਸ ਜੋ ਵੋਟਰ ਨੇ ਵੋਟ ਪਾਤੀ। ਇੰਡੀਅਨ ਡੈਮੋਕ੍ਰੇਸੀ ਦੀ ਡੈਫੀਨੇਸ਼ਨ ਇਹ ਹੈ ਵੋਟਰਸ ਚੋਇਸ। ਬਿਲਕੁਲ ਸਹੀ ਹੈ। ਬਾਕੀ ਹੁਣ ਇਹਦੇ ਜੀਓਪੋਲੀਟੀਕਲ ਇੰਪਲੀਕੇਸ਼ਨਸ ਕੀ ਹੈ। ਮੈਂ ਜਦੋਂ ਸਟੂਡੈਂਟ ਹੁੰਦੀ ਸੀ ਨਾ, ਮੈਂ ਨਾ ਇਸ ਗੱਲ ਨੂੰ ਮੰਨਦੀ ਨਹੀਂ ਸੀ ਹੁੰਦੀ ਕਿ ਕੋਈ ਕੰਟਰੀ ਦੂਸਰੇ ਕੰਟਰੀ ਦੇ ਇਲੈਕਸ਼ਨਸ ਨੂੰ ਛੇੜਖਾਨੀ ਕਰ ਸਕਦਾ। ਬਟ ਦਿਸ ਇਜ਼ ਹਾਊ ਇਟ ਹੈਪਨਸ। ਪਹਿਲੇ ਵੀ ਇਹ ਚੀਜ਼ਾਂ ਹੁੰਦੀਆਂ ਸੀਗੀਆਂ ਬਟ ਅੰਡਰਗਰਾਊਂਡ ਸੀ। ਅੱਜ ਸੋਸ਼ਲ ਮੀਡੀਆ ਦੀ ਇੰਨੀ ਪਾਵਰ ਹੈ ਕਿ ਕੁਛ ਵੀ ਛੁਪਦਾ ਹੀ ਨਹੀਂ ਹੈ, ਬਿਲਕੁਲ ਨਹੀਂ ਛੁਪਦਾ। ਬਿਲਕੁਲ ਤੁਸੀਂ ਇੱਕ ਸੈਕਿੰਡ 'ਚ ਤੁਹਾਡਾ ਸਾਰਾ ਕੁਝ ਸਾਹਮਣੇ ਆ ਜਾਂਦਾ। ਐਕਚੁਅਲੀ ਇਹਦੇ 'ਚ ਕਿਹਾ ਜਾ ਰਿਹਾ ਕਿ ਤੇ G20 ਦਾ ਅਸੀਂ ਹੋਸਟ ਕਰਨ ਜਾ ਰਹੇ ਹਾਂ, ਇਸ ਕਰਕੇ ਸਾਡੀ ਇਮੇਜ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜਾ ਇਲੈਕਸ਼ਨਸ ਦੇ ਉੱਤੇ ਵੀ ਗੱਲ ਕਰਦੇ ਪਏ ਨੇ ਕਿ ਇੰਪੈਕਟ ਪਏਗਾ। ਹਾਲਾਂਕਿ ਹਿੰਡਨਬਰਗ ਦਾ ਆਪਣਾ ਵੀ ਇਹ ਰਿਹਾ ਹੈ ਕਿ ਉਹ ਸ਼ਾਰਟ ਸੈਲਿੰਗ ਦੇ ਉੱਤੇ ਹੀ ਸਾਰਾ ਉਹਨਾਂ ਦਾ ਬਿਜ਼ਨਸ ਹੈ ਔਰ ਕਈ ਹੋਰ ਕੰਪਨੀਆਂ ਦੇ ਲਈ ਵੀ ਉਹਨਾਂ ਨੇ ਰਿਪੋਰਟਸ ਦਿੱਤੀਆਂ ਨੇ ਔਰ ਉਹਨਾਂ ਦੇ ਜਿਹੜੇ ਆਪਣੇ ਇਨਵੈਸਟਰਸ ਨੇ ਉਹਨਾਂ ਨੇ ਬਹੁਤ ਮੁਨਾਫਾ ਕਮਾਇਆ ਹੈ ਸ਼ਾਰਟ ਸੈਲਿੰਗ ਤੋਂ। ਇਹ ਹਿੰਡਨਬਰਗ ਉਹਦੇ ਵਿੱਚੋਂ ਆਪਣਾ ਕੱਟ ਲੈਂਦਾ ਹੈ ਜੋ ਆਪਣੇ ਮੁਨਾਫਾ ਦਿੰਦਾ ਹੈ ਆਪਣੇ ਕਲਾਇੰਟਸ ਨੂੰ। ਸੋ ਉਹ ਹਿੰਡਨਬਰਗ ਦਾ ਕੰਮ ਰਿਹਾ ਹੈ। ਦੂਜੀ ਗੱਲ ਇਹ ਹੈ ਕਿ ਜੋ ਇੰਡੀਆ ਦੀਆਂ ਵੀ ਕਈ ਏਜੰਸੀਜ਼ ਨੇ, ਕਿ ਐਕਸਪਰਟਸ ਨੇ, ਫਾਈਨੈਂਸ਼ੀਅਲ ਐਕਸਪਰਟਸ ਨੇ, ਉਹ ਵੀ ਇਹ ਗੱਲ ਕਰ ਰਹੇ ਨੇ ਕਿ ਕੁਝ ਨਾ ਕੁਝ ਤਾਂ ਇੱਦਾਂ ਦਾ ਹੈ, ਸਮਥਿੰਗ ਇਜ਼ ਫਿਸ਼ੀ। ਇਸ ਕਰਕੇ ਸਾਰਾ ਕੁਝ ਉੱਪਰ ਥੱਲੇ ਹੋ ਰਿਹਾ। ਗਵਰਨਮੈਂਟ ਚੁੱਪ ਹੈ, ਗਵਰਨਮੈਂਟ ਨੂੰ ਕੁਝ ਬੋਲਣਾ ਚਾਹੀਦਾ ਹੈ, ਸੇਬੀ ਵੱਲੋਂ ਕੁਝ ਹੋਣਾ ਚਾਹੀਦਾ ਹੈ, IT ਵੱਲੋਂ ਕੁਝ ਹੋਣਾ ਚਾਹੀਦਾ ਹੈ, ਕੋਈ ਨਾ ਕੋਈ ਸਰਵੇ ਹੋਣੀ ਚਾਹੀਦੀ ਹੈ। ਸੋ ਇਹ ਸਭ ਗੱਲਾਂ ਵੀ ਸਾਹਮਣੇ ਆ ਰਹੀਆਂ ਬਟ ਕੁਝ ਵੀ ਨਹੀਂ ਹੋ ਰਿਹਾ, ਕੋਈ ਮੂਵਮੈਂਟ ਨਹੀਂ ਹੋ ਰਹੀ। ਹਾਲਾਂਕਿ ਪਾਰਲੀਮੈਂਟ ਦੇ ਵਿੱਚ ਵੀ ਇਹਦੇ ਉੱਤੇ ਡਿਸਕਸ਼ਨਸ ਨਹੀਂ ਕੀਤੀਆਂ ਗਈਆਂ, ਇਸ ਕਰਕੇ ਪਾਰਲੀਮੈਂਟ ਵੀ ਨਹੀਂ ਚੱਲੀ। ਸੋ ਇਹ ਸਭ ਵੀ ਗੱਲਾਂ ਹੋ ਰਹੀਆਂ ਨੇ। ਬਟ ਉਹਨਾਂ ਦੀ ਇੱਕ ਗੱਲ ਜੋ ਜਾਰਜ ਸੋਰਸ ਕਹਿ ਰਹੇ ਨੇ ਕਿ ਇੰਡੀਆ ਇਜ਼ ਦ ਲਾਰਜੈਸਟ ਡੈਮੋਕ੍ਰੇਸੀ, ਅਸੀਂ ਸਾਰੇ ਜਾਣਦੇ ਹਾਂ। ਅਮਰੀਕਾ ਇਜ਼ ਦ ਓਲਡੈਸਟ ਡੈਮੋਕ੍ਰੇਸੀ, ਅਸੀਂ ਸਾਰੇ ਜਾਣਦੇ ਹਾਂ। ਬਟ ਇੰਡੀਆ ਦੇ PM ਨੂੰ ਲੈ ਕੇ ਉਹਨਾਂ ਨੇ ਇਹ ਕਿਉਂ ਕਿਹਾ ਕਿ ਉਹ ਡੈਮੋਕ੍ਰੈਟ ਨਹੀਂ ਹੈਗੇ? ਵਾਈ? ਮਤਲਬ ਉਹ ਲੋਕਤਾਂਤਰਿਕ ਸੋਚ ਦੇ ਨਹੀਂ ਹੈਗੇ, ਇਹ ਕਹਿਣਾ ਚਾਹੁੰਦੇ ਨੇ ਉਹ? ਨਹੀਂ, ਮੈਂ ਤੁਹਾਨੂੰ ਪਹਿਲੇ ਵੀ ਕਿਹਾ ਕਿ ਹੀ ਇਜ਼ ਪ੍ਰੋ ਲੈਫਟਿਸਟ। ਇੰਡੀਆ 'ਚ ਵੀ ਜਿਹੜੇ ਲੈਫਟਿਸਟ ਲੌਬੀ ਆ ਉਹਨਾਂ ਨੂੰ ਬੜਾ ਹੀ ਸਵਾਦ ਆਇਆ ਜਦੋਂ ਜਾਰਜ ਸੋਰਸ ਸਾਹਿਬ ਨੇ ਸਟੇਟਮੈਂਟ ਦਿੱਤੀ। ਸ਼ੋਰ। ਠੀਕ ਹੈ, ਇਹੀ ਤਾਂ ਜੈ ਸ਼ੰਕਰ ਸਾਹਿਬ ਕਹਿ ਰਹੇ। ਜੈ ਸ਼ੰਕਰ ਸਾਹਿਬ ਨੇ ਜਵਾਬ ਤਾਂ ਦਿੱਤਾ ਹੈ। ਮੈਨੂੰ ਲੱਗਦਾ ਹੈ ਕਿ ਜਿੰਨੀ ਵੀ ਸਾਡੇ ਮੀਡੀਆ ਹਾਊਸਿਸ ਹੈ, ਜਿੰਨੇ ਵੀ ਮਤਲਬ ਜਿਹੜੇ ਹੈ, ਸੋਰਸ ਸਾਹਿਬ ਨੂੰ ਜਵਾਬ ਤਾਂ ਦਿੱਤਾ ਗਿਆ। ਔਰ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ 'ਚ ਆਈ ਥਿੰਕ ਜਦੋਂ ਦੁਬਾਰਾ ਇਲੈਕਸ਼ਨਸ ਹੋਣਗੇ ਤੇ ਸੋਰਸ ਸਾਹਿਬ ਨੂੰ ਜਵਾਬ ਆਪਣੇ ਆਪ ਮਿਲ ਜਾਏਗਾ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਆਪਣੇ ਆਪ ਹੋ ਜਾਏਗਾ। ਬਿਕੋਜ਼ ਜਿਹੜਾ ਵੋਟਰ ਹੈ ਨਾ, ਅਸਲ ਵਿੱਚ ਉਹਨੂੰ ਨਹੀਂ ਅਸੀਂ ਚੀਟ ਕਰ ਸਕਦੇ। ਜੋ ਮਰਜ਼ੀ ਕਰ ਲਈਏ, ਉਹਨੂੰ ਅਸੀਂ ਬ੍ਰਾਈਬ ਕਰ ਸਕਦੇ ਹਾਂ ਪਰ ਉਹਨੂੰ ਅਸੀਂ ਚੀਟ ਨਹੀਂ ਕਰ ਸਕਦੇ। ਉਹਨੇ ਸੱਚਾਈ ਤੁਹਾਡੇ ਮੂੰਹ 'ਤੇ ਲਿਆ ਕੇ ਮਾਰਨੀ ਹੈ। ਕਿਉਂਕਿ ਉਹ ਤੇ ਇਹਦਾ ਜਿਹੜਾ ਜਵਾਬ ਹੈ, ਮੈਨੂੰ ਲੱਗਦਾ ਜਿਹੜੇ ਆਉਣ ਵਾਲੇ ਇਲੈਕਸ਼ਨਸ ਹੋਣਗੇ ਉੱਤੇ ਡਿਪੈਂਡ ਕਰੇਗਾ। ਹੋਪਫੁਲੀ ਸਭ ਕੁਝ ਸਹੀ ਰਹੇ ਔਰ ਇੰਡੀਆ ਦੇ ਵਿੱਚ ਹਰ ਚੀਜ਼ ਅੰਡਰ ਕੰਟਰੋਲ ਰਹੇ। ਦੈਟ ਇਜ਼ ਵੈਰੀ ਨੈਸੈਸਰੀ ਤਾਂ ਕਿ ਸੁਖਾਵੇਂ ਮਾਹੌਲ ਦੇ ਵਿੱਚ ਹੀ ਅਗਲੀਆਂ ਇਲੈਕਸ਼ਨਸ ਹੋਣ। ਸੋ ਆਪਾਂ ਅੱਗੇ ਵਧਦੇ ਹਾਂ। ਇੱਕ ਨਵੀਂ ਡੀਲ ਹੋਈ ਹੈ ਏਅਰ ਇੰਡੀਆ ਦੀ। 4 ਨੇਸ਼ਨਸ ਨੇ ਉਹਦੇ ਵਿੱਚ, US ਹੈ, UK ਹੈ, ਫਰਾਂਸ ਹੈ, ਇੰਡੀਆ ਹੈ। ਔਰ ਇਹ ਸਾਰੀ ਡੀਲ ਹੈ ਐਰੋਪਲੇਨਸ, ਕਿਉਂਕਿ ਏਅਰ ਇੰਡੀਆ ਨੂੰ ਲੈ ਕੇ ਹੈ। ਕਿਉਂਕਿ ਪਹਿਲਾਂ ਇਹ ਟਾਟਾ ਗਰੁੱਪ ਦਾ ਸੀ, ਫਿਰ ਗਵਰਨਮੈਂਟ ਆਫ ਇੰਡੀਆ ਕੋਲ ਚਲਾ ਗਿਆ, ਉਸ ਤੋਂ ਬਾਅਦ ਬੈਕ ਕੇ ਟਾਟਾ ਗਰੁੱਪ ਕੋਲ ਚਲਾ ਗਿਆ। ਔਰ ਟਾਟਾ ਗਰੁੱਪ ਆਪਣੇ ਤਰੀਕੇ ਦੇ ਨਾਲ ਅਸੀਂ ਜਾਣਦੇ ਹਾਂ ਮਤਲਬ ਬਹੁਤ ਇੰਟੈਲੀਜੈਂਟ ਬਿਜ਼ਨਸਮੈਨ ਨੇ ਔਰ ਉਹ ਇਸ ਨੂੰ ਰਿਵਾਈਵ ਕਰ ਰਹੇ ਨੇ ਆਪਣੇ ਤਰੀਕੇ ਨਾਲ, ਨਵੇਂ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਔਰ ਨਵੀਆਂ ਸਰਵਿਸਿਜ਼ ਲੈ ਕੇ ਆ ਰਹੇ ਨੇ। ਸੋ ਇਹ ਸਭ ਡੀਲ ਕੀ ਬਣ ਰਹੀ ਹੈ? ਯੈਸ, ਤੁਸੀਂ ਬਿਲਕੁਲ ਸਹੀ ਕਿਹਾ ਕਿ ਇਹ ਜਿਹੜਾ ਏਅਰ ਇੰਡੀਆ ਦਾ ਜਿਹੜਾ ਸੀਗਾ, ਆਈ ਮੀਨ ਜਿਹੜੀ ਏਵੀਏਸ਼ਨ ਇੰਡਸਟਰੀ ਸੀਗੀ, ਇਹ ਟਾਟਾਸ ਕੋਲ ਹੀ ਸੀਗੀ 1931-32 'ਚ ਜੀ। 53 'ਚ ਨੈਸ਼ਨਲਾਈਜੇਸ਼ਨ ਹੋ ਗਈ ਐਂਡ ਗਵਰਨਮੈਂਟ ਨੇ ਟੇਕ ਓਵਰ ਕਰ ਲਿਆ। ਉਸ ਤੋਂ ਬਾਅਦ ਡੈਡ ਰਿਟਰਨ ਹੋ ਗਈ। ਇੰਨਾ ਕੁ ਡੈਟ ਵੱਧ ਗਿਆ, ਇੰਨਾ ਕੁ ਕਰਜ਼ਾ ਇਹਦੇ 'ਤੇ ਵੱਧ ਗਿਆ ਕਿ ਪਿਛਲੇ ਸਾਲ ਮੋਦੀ ਸਰਕਾਰ ਨੇ ਇਹ ਡਿਸਾਈਡ ਕੀਤਾ ਕਿ ਅਸੀਂ ਇਹਨੂੰ ਪ੍ਰਾਈਵੇਟ ਸੈਕਟਰ ਨੂੰ ਦੇ ਦਿੰਦੇ ਹਾਂ। ਔਰ ਇਹਦੇ ਲਈ ਜਿਹੜੀ ਬਿਡਿੰਗ 'ਚ ਸਭ ਤੋਂ ਨੰਬਰ 1 ਟਾਟਾ ਗਰੁੱਪ ਆਇਆ। ਟਾਟਾ ਗਰੁੱਪ ਨੂੰ ਦੇ ਦਿੱਤਾ ਗਿਆ ਔਨ ਦੀ ਬੇਸਿਸ ਆਫ ਬਿਡਿੰਗ ਜੀ। ਟੌਪ 'ਤੇ ਬਿਡਿੰਗ ਸੀਗੀ। ਅੱਛਾ, ਉਸ ਤੋਂ ਬਾਅਦ ਟਾਟਾਸ ਦੀ ਮੈਂ ਕਹੂੰਗੀ ਨੈਸ਼ਨਲਿਜ਼ਮ ਹੈ ਕਿ ਉਹਨਾਂ ਨੇ ਇਹਨੂੰ ਚੇਂਜ ਨਹੀਂ ਕੀਤਾ। ਦੇ ਕੰਟੀਨਿਊਡ ਵਿਦ ਏਅਰ ਇੰਡੀਆ, ਕਿਉਂਕਿ ਉਹਦੇ 'ਚ ਇੰਡੀਆ ਵਰਡ ਸੀਗਾ ਨੰਬਰ 1। ਹੁਣ ਜਿਹੜੀ ਨਿਊਜ਼ ਤੁਸੀਂ ਗੱਲ ਕਰ ਰਹੇ ਹੋ 470 ਪਲੇਨਸ ਹੈ ਜੀ।
ਜਿਹੜੀ 에ਅਰਕ੍ਰਾਫਟ ਹੈ ਜਿਹੜੀ ਕਿ ਇੰਡੀਆ ਨੇ ਖਰੀਦਣੀ ਹੈ ਮਤਲਬ ਵਨ ਗੋ 'ਚ। ਹੁਣ ਕੁਛ ਚੈਨਲਸ ਇਹਨੂੰ ਕਹਿ ਰਹੇ ਕਿ ਇਟ ਇਜ਼ ਅ ਮਦਰ ਆਫ ਡੀਲ ਇਨ ਏਵੀਏਸ਼ਨ ਇੰਡਸਟਰੀ ਜੀ। ਕੁਛ ਲੋਕ ਕਹਿ ਰਹੇ ਆ ਇਟ ਇਜ਼ ਰਿਵੈਂਜ ਔਨ ਰਾਜ ਮਤਲਬ ਇੰਗਲੈਂਡ, ਰਿਵੈਂਜ ਅਸੀਂ ਇੰਗਲੈਂਡ ਤੋਂ ਰਿਵੈਂਜ ਲੈ ਰਹੇ ਹਾਂ। ਕਿਉਂ? ਕਿਉਂਕਿ ਸੁਨਕ ਸਾਹਿਬ ਨੇ ਟਵੀਟ ਕਰ ਦਿੱਤਾ, ਰਿਸ਼ੀ ਸੁਨਕ ਸਾਹਿਬ ਨੇ, ਕਿ ਇੰਨੀ ਜ਼ਿਆਦਾ ਜੌਬਸ ਦੀ ਐਵੇਨਿਊਜ਼ ਕ੍ਰੀਏਟ ਹੋਣੇ ਆ। ਕਿਉਂਕਿ 에ਅਰ ਇੰਡੀਆ ਨੂੰ ਪਾਇਲਟਸ ਚਾਹੀਦੇ ਹੋਣਗੇ ਔਰ ਕ੍ਰਿਊ ਚਾਹੀਦਾ ਹੋਏਗਾ। ਯੈਸ। ਹੁਣ ਜਿੰਨਾ ਅਮਾਊਂਟ ਪਰਚੇਜ਼ਿੰਗ 'ਤੇ ਲੱਗਣਾ ਜਾਂ ਜਿਹੜੀ ਵੀ ਅਮਾਊਂਟ ਦੀ ਡੀਲ ਹੈ ਜੀ, ਹੁਣ ਉਹਦੇ ਤੁਹਾਨੂੰ ਮੈਂ 2 ਐਗਜ਼ਾਮਪਲ ਦਊਂਗੀ। ਜੇ ਅਸੀਂ ਅਮਰੀਕਾ ਨੂੰ ਦੇਖੀਏ ਤੇ ਜਿੰਨੇ ਦੀ ਅਸੀਂ ਇਹ ਡੀਲ ਅਸੀਂ ਕੀਤੀ ਸਾਈਨ ਜਾਂ ਜੋ ਵੀ ਹੈ, ਜਿੰਨਾ ਵੀ ਪੈਸਾ ਇਨਵੋਲਵਡ ਹੈ, ਉਨਾ ਪੈਸਾ ਤੇ ਅਮਰੀਕਾ ਯੂਕਰੇਨ ਨੂੰ ਦੇ ਚੁੱਕਾ ਵਾਰ 'ਚ। ਓਕੇ, ਵਨ ਐਗਜ਼ਾਮਪਲ। ਅੱਛਾ, ਜੇ ਅਸੀਂ ਪਾਕਿਸਤਾਨ ਨੂੰ ਦੇਖੀਏ, ਪਾਕਿਸਤਾਨ ਦੇ 5 ਸਾਲ ਦਾ ਜੇ ਅਸੀਂ ਡਿਫੈਂਸ ਬਜਟ ਇਕੱਠਾ ਕਰੀਏ ਫਿਰ ਇੰਨਾ ਪੈਸਾ ਬਣਦਾ। ਜੀ, ਠੀਕ ਹੈ ਨਾ। ਤੇ ਇਹਦਾ ਮਤਲਬ ਇਹ ਹੈ ਕਿ ਠੀਕ ਹੈ, ਡੀਲ ਬਹੁਤ ਵੱਡੀ ਹੈ, ਨੋ ਡਾਊਟ। ਇੰਡੀਆ ਇੱਕ ਅਪਕਮਿੰਗ 3rd ਲਾਰਜੈਸਟ ਜਿਹਨੂੰ ਕਹਿੰਦੇ ਏਵੀਏਸ਼ਨ ਇੰਡਸਟਰੀ ਕਹਿ ਲਓ ਜਾਂ ਸੈਕਟਰ ਕਹਿ ਲਓ ਤੁਸੀਂ, ਉਹ ਬਣੇਗਾ। ਔਰ ਮੇਰੇ ਖਿਆਲ ਇਹਨਾਂ ਨੂੰ ਆਉਣ ਵਾਲੇ 15 ਸਾਲਾਂ ਲਈ ਕੋਈ 2000 ਪਲੇਨ ਚਾਹੀਦੇ। ਠੀਕ ਹੈ, ਜਿਹੜੇ ਔਰ ਆਈ ਥਿੰਕ ਦਿਸ ਵਿਲ ਗੋ ਔਨ ਐਂਡ ਔਨ। ਹੁਣ ਇਹਦਾ ਫਾਇਦਾ ਕੀ ਹੈ? ਇਹਦਾ ਫਾਇਦਾ ਇਹ ਹੁੰਦਾ ਕਿ ਜਦੋਂ ਇੰਨੇ ਵੱਡੇ ਪੱਧਰ ਦੀ ਡੀਲ ਹੁੰਦੀ ਹੈ ਨਾ ਜੀ, ਤੇ ਇੰਟਰਨੈਸ਼ਨਲ ਲਾਅ ਦੇ ਮੁਤਾਬਿਕ ਇਹ ਉੱਥੇ ਦੀ ਟੈਕਨੋਲੋਜੀ ਵੀ ਟਰਾਂਸਫਰ ਹੁੰਦੀ ਹੈ। ਸ਼ੋਰ। ਇਹਦਾ ਮਤਲਬ ਇਹ ਹੈ ਕਿ ਟੈਕਨੋਲੋਜੀ ਵੀ ਇੰਡੀਆ 'ਚ ਆਏਗੀ। ਜਦੋਂ ਟੈਕਨੋਲੋਜੀ ਇੰਡੀਆ 'ਚ ਆਏਗੀ ਤੇ ਕੁਝ ਜਿਹੜੇ ਵਿਸ਼ੇਸ਼ੱਗ ਹੈ, ਕੁਝ ਜਿਹੜੇ ਸਕਾਲਰਸ ਨੇ, ਉਹਨਾਂ ਦਾ ਇਹ ਮੰਨਣਾ ਹੈ ਕਿ ਫਿਰ ਅਸੀਂ ਸ਼ਾਇਦ ਫਾਈਟਰ ਜੈਟਸ ਵੱਲ ਵੀ ਜਾਵਾਂਗੇ, ਫਿਰ ਅਸੀਂ ਆਪਣੀ ਮੈਨੂਫੈਕਚਰਿੰਗ ਕਰਾਂਗੇ, ਫਿਰ ਅਸੀਂ ਐਕਸਪੋਰਟ ਵੀ ਕਰਾਂਗੇ। ਤੇ ਅੱਛਾ, ਫਿਰ ਦੇਖੋ 4 ਦੇਸ਼ਾਂ ਨੇ ਮਿਲ ਕੇ, ਇਹਦੇ 'ਚ 4 ਦੇਸ਼ ਇਨਵੋਲਡ ਹੈ, USA, ਇੰਡੀਆ, UK, ਫਰਾਂਸ। ਹੁਣ ਬਾਈਡਨ ਸਾਹਿਬ ਨੇ ਤਾਂ ਖੁਦ ਮੋਦੀ ਸਾਹਿਬ ਨੂੰ ਜੁਆਇੰਟ ਸਟੇਟਮੈਂਟ ਦਿੱਤੀ ਕਿ ਦੋਨਾਂ ਦੇਸ਼ਾਂ 'ਚ ਬਹੁਤ ਜ਼ਿਆਦਾ ਓਪਰਚੁਨਿਟੀਜ਼ ਆਉਣੀਆਂ ਇੰਪਲੋਇਮੈਂਟ ਦੀਆਂ। ਸੁਨਕ ਸਾਹਿਬ ਨੇ ਵੀ ਕਹਿਤਾ, ਫਰਾਂਸ ਨੇ ਵੀ ਕਹਿਤਾ। ਹੁਣ ਜਿਹੜੇ ਵੈਸਟਰਨ ਜਿਹੜੇ ਨੇਤਾ ਨੇ, ਜਿਹੜੇ ਵੈਸਟਰਨ ਲੀਡਰਸ ਹੈ, ਉਹਨਾਂ ਦੀ ਵਿਕਟਰੀ ਇਹ ਹੋਈ ਹੈ ਕਿ ਉਹ ਆਪਣੇ ਡੋਮੈਸਟਿਕ ਜਿਹੜੀ ਪੋਲੀਟਿਕਸ ਹੈ ਜਾਂ ਡੋਮੈਸਟਿਕ ਜਿਹੜੀ ਆਡੀਅנס ਹੈ, ਉਹਨਾਂ ਨੂੰ ਇਹ ਕਹਿ ਸਕਣਗੇ ਕਿ ਦੇਖੋ ਅਸੀਂ ਐਮਪਲੋਇਮੈਂਟ ਓਪਰਚੁਨਿਟੀਜ਼ ਜਨਰੇਟ ਕਰ ਦਿੱਤੇ। ਸੋ ਦੇ ਆਲ ਆਰ ਵੈਰੀ ਹੈਪੀ। ਐਜ਼ ਫਾਰ ਐਜ਼ ਇੰਡੀਆ ਇਜ਼ ਕੰਸਰਨ, ਸਾਨੂੰ ਟੈਕਨੋਲੋਜੀ ਚਾਹੀਦੀ ਹੈ ਐਂਡ ਟੈਕਨੋਲੋਜੀ ਵੀ ਚਾਹੀਦੀ ਹੈ। ਔਰ ਆਉਣ ਵਾਲੇ ਟਾਈਮ 'ਚ ਦਿਸ ਇਜ਼ ਫॉर श्योर ਕਿ ਇੰਡੀਆ ਜੇ ਸੁਪਰ ਪਾਵਰ, ਚਲੋ ਉਹ ਤਾਂ ਇੱਕ ਨੈਰੇਟਿਵ ਇੰਡੀਆ 'ਚ ਵੀ ਚੱਲਦਾ ਹੈ ਜੀ, ਵਿਸ਼ਵ ਗੁਰੂ, ਹੈ ਨਾ। ਬਟ ਆਉਣ ਵਾਲੇ ਟਾਈਮ 'ਚ ਇੰਡੀਆ ਤੀਸਰੇ ਜਾਂ ਚੌਥੇ ਨੰਬਰ ਦੀ ਪਾਵਰ ਇੰਡੀਆ ਨੇ ਬਣਨਾ ਹੀ ਬਣਨਾ ਹੈ। ਇਟਸ ਇਕੋਨਮੀ ਇਜ਼ ਸਪੀਕਿੰਗ ਫॉर ਇਟਸੈਲਫ। ਬਿਲਕੁਲ ਹੈ। ਔਰ ਤੁਸੀਂ ਆਪ ਦੇਖੋ ਕਿ ਹਾਲਾਂਕਿ ਅਸੀਂ ਕਿਤੋਂ ਵੀ ਲੈਂਦੇ ਹਾਂ ਟੈਕਨੋਲੋਜੀ, ਰਸ਼ੀਆ ਤੋਂ ਤਾਂ ਖਾਸ ਕਰਕੇ ਅਸੀਂ ਲੈਂਦੇ ਹਾਂ, ਔਰ 에ਅਰ ਫੋਰਸ ਵੀ ਸਾਡੀ ਤੀਸਰੇ ਜਾਂ ਚੌਥੇ ਨੰਬਰ 'ਤੇ ਆਉਂਦੀ ਹੈ ਪੂਰੀ ਦੁਨੀਆ ਦੇ ਵਿੱਚ। ਇਹ ਸਾਡੇ ਵਾਸਤੇ ਇੱਕ ਬਹੁਤ ਵੱਡੀ ਅਚੀਵਮੈਂਟ ਹੈ। ਸੋ ਆਈ ਹੋਪ ਕਿ 에ਅਰ ਇੰਡੀਆ, ਕਿਉਂਕਿ ਜਿਸ ਤਰ੍ਹਾਂ ਰਿਵਾਈਵ ਕਰ ਰਿਹਾ, ਠੀਕ ਹੈ, ਕਈ ਵਾਰ ਹੁੰਦਾ ਕਿ ਪੋਲੀਟੀਕਲ ਸਿਨੈਰੀਓ ਦੇ ਵਿੱਚ ਨਾ ਗੱਲਾਂ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ, ਔਰ ਕਈ ਵਾਰ ਮੌਕਾ ਵੀ ਮਿਲਦਾ, ਓਪੋਜੀਸ਼ਨ ਨੂੰ ਤਾਂ ਖਾਸ ਕਰਕੇ ਮੌਕਾ ਮਿਲਦਾ, ਇਹਦੇ ਨਾਲ ਕੀ ਹੋਏਗਾ, ਉਹਦੇ ਨਾਲ ਕੀ ਹੋਏਗਾ, ਬਹੁਤ ਜ਼ਿਆਦਾ ਸ਼ੋਰ ਵੀ ਪੈਂਦਾ। ਬਟ ਜਿੱਦਾਂ ਜੌਬਸ ਕ੍ਰੀਏਟ ਹੋਣ, ਨਵਾਂ ਕ੍ਰਿਊ ਆਏ, ਔਰ ਯੰਗ ਜਨਰੇਸ਼ਨ ਜੋ ਹੋਰ ਇਸ ਫੀਲਡ ਦੇ ਵਿੱਚ ਕੰਮ ਕਰਨਾ ਚਾਹੁੰਦੀ, ਉਹਨਾਂ ਵਾਸਤੇ ਓਪਰਚੁਨਿਟੀਜ਼ ਹੋਣ, ਚਾਹੇ ਕਮਰਸ਼ੀਅਲ ਪਾਇਲਟਸ ਹੀ ਹੋਣਗੇ ਉਹ 에ਅਰ ਇੰਡੀਆ ਦੇ ਨਾਲ। ਸੋ ਇਟਸ ਅ ਗੁੱਡ, ਸਾਡੇ ਡਾਇਸਪੋਰਾ ਲਈ ਬੜੀ ਅੱਛੀ ਖਬਰ ਹੈ, ਹੈ ਨਾ। ਉਹ ਵੱਖਰੀ ਗੱਲ ਹੈ ਕਿ ਇਹਨਾਂ ਨੂੰ ਕੰਪੀਟ ਕਰਨਾ ਪਏਗਾ, ਐਮੀਰਾਟਸ 에ਅਰਲਾਈਨ ਹੈ, ਸਿੰਗਾਪੁਰ 에ਅਰਲਾਈਨ ਹੈ, ਇਹਨਾਂ ਨੂੰ ਸਟੈਂਡਰਡ ਤੇ ਅੱਛਾ ਦੇਣਾ ਹੀ ਪਏਗਾ, ਸ਼ੋਰ ਕਰਨਾ ਪਏਗਾ, ਹੈ ਨਾ। ਲੇਕਿਨ ਸਾਡੇ ਡਾਇਸਪੋਰਾ ਲਈ ਇੱਕ ਬੜੀ ਫਖਰ ਦੀ ਗੱਲ ਹੋਏਗੀ, ਔਰ ਉਹਨਾਂ ਨੂੰ ਹੋ ਸਕਦਾ ਵੀ ਆਰ ਐਕਸਪੈਕਟਿੰਗ ਕਿ ਚੀਪਰ ਫਲਾਈਟਸ ਵੀ ਹੋਣ। ਤੇ ਇਹ ਇੱਕ ਖੁਸ਼ੀ ਦੀ ਗੱਲ ਵੀ ਹੈ, ਬਾਕੀ ਸਮੇਂ ਦੱਸੇਗਾ। ਬਾਕੀ ਹੌਸਪਿਟੈਲਿਟੀ ਹੈ ਨਾ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜਿਹਨੂੰ ਇੱਕ ਤਾਂ ਹੁੰਦਾ ਨਾ ਹਾਰਡ ਪੋਲਿਟਿਕਸ, ਇਹ ਸੌਫਟ ਪੋਲਿਟਿਕਸ ਹੈ, ਕਿਉਂਕਿ ਅਸੀਂ ਕਲਚਰ ਨੂੰ ਇਸਤੇਮਾਲ ਕਰਦੇ ਹਾਂ ਆਪਣੇ ਨੂੰ, ਔਰ ਦੂਸਰੇ ਕੰਟਰੀਜ਼ ਦੇ ਨਾਲ ਰਿਲੇਸ਼ਨਸ ਬਣਾਉਣ ਦੇ ਵਿੱਚ। ਹੌਸਪਿਟੈਲਿਟੀ ਇੰਡਸਟਰੀ ਹੈ, ਇਹ ਵੀ ਇੱਕ ਤਰ੍ਹਾਂ ਨਾਲ ਅਸੀਂ ਸੌਫਟ ਪੋਲਿਟਿਕਸ ਯੂਜ਼ ਕਰਦੇ ਹਾਂ ਇਹਦੇ ਵਿੱਚ, ਔਰ ਉਹਦੇ 'ਚ ਅਸੀਂ ਕਾਫੀ ਅੱਛਾ ਪਰਫਾਰਮ ਕਰ ਰਹੇ ਹਾਂ। ਬਿਲਕੁਲ ਕਰਦੇ ਹਾਂ। ਜਿੱਥੇ ਤੱਕ ਸੌਫਟ ਪੋਲਿਟਿਕਸ ਦਾ ਉਹ ਤੇ ਮੇਰੇ ਖਿਆਲ ਵੀ ਆਰ ਨੋਨ ਫॉर दैट। ਪੂਰੀ ਦੁਨੀਆ 'ਚ ਸਾਡੀ ਫੋਰਨ ਪਾਲਿਸੀ ਬੇਸਡ ਉਹਦੇ ਉੱਤੇ ਹੈ, ਉਹਦੇ ਤੇ ਬੇਸਡ, ਸਾਡੇ ਖਾਣਿਆਂ ਨੂੰ ਲੈ ਕੇ, ਸਾਡੇ ਡਰੈਸਿਸ ਨੂੰ ਲੈ ਕੇ, ਸਾਡੇ ਮਿਊਜ਼ਿਕ ਨੂੰ ਲੈ ਕੇ, ਸਾਡੇ ਕਲਚਰ ਨੂੰ ਲੈ ਕੇ ਇੰਨੀ ਡਾਈਵਰਸਿਟੀ ਹੈ। ਯੈਸ, ਔਰ ਬਲਕਿ ਹਰ ਸਟੇਟ ਦਾ ਆਪਣਾ ਕਲਚਰ ਹੈ, ਫੂਡ ਦਾ, ਕਾਸਟਿਊਮਸ ਦਾ, ਮਿਊਜ਼ਿਕ ਦਾ। ਤੇ ਸਾਡਾ ਤਾਂ ਮੈਨੂ ਵੀ ਬਹੁਤ ਵਧੀਆ ਹੋਣਾ ਹੈ। ਵੈਸੇ ਕਹਿੰਦੇ ਨੇ ਕਿ 2-2.5 ਲੱਖ ਕਿਸਮ ਦੇ ਸਾਡੇ ਰੈਸਿਪੀਜ਼ ਨੇ, ਜੇ ਅਸੀਂ ਟ੍ਰੈਡੀਸ਼ਨਲੀ ਦੇਖੀਏ। ਔਰ ਮੇਰੇ ਖਿਆਲ ਇੰਨੀ ਤਾਂ ਵਾਰੀ ਕਿਸੇ ਦੀ ਆਉਣੀ ਵੀ ਨਹੀਂ, ਔਰ ਇੰਨੀਆਂ ਕਿਸੇ ਨੇ ਰੈਸਿਪੀਜ਼ ਟਰਾਈ ਵੀ ਨਹੀਂ ਕੀਤੀਆਂ ਹੋਣੀਆਂ ਸਾਰੀ ਉਮਰ ਦੇ ਵਿੱਚ। ਸੋ ਇਟਸ ਗੁੱਡ ਫॉर 에ਅਰ ਇੰਡੀਆ, ਗੁੱਡ ਫॉर ਇੰਡੀਆ ਟੂ।
ਸੋ ਅੱਗੇ ਚੱਲਦੇ ਹਾਂ ਜੀ, ਏਰੋ ਇੰਡੀਆ ਸ਼ੋ। ਇਹ ਵੀ ਫਲਾਈਟਸ ਦੇ ਨਾਲ ਕੰਸਰਨਡ ਆ, ਪਰ ਇਹ ਥੋੜਾ ਹਟ ਕੇ ਆ ਜਾਂਦਾ ਹੈ ਕਿਉਂਕਿ 에ਅਰ ਫੋਰਸ ਆ ਜਾਂਦੀ ਹੈ ਇਹਦੇ 'ਚ, ਜਿੱਦਾਂ ਆਪਾਂ ਹੁਣੇ ਗੱਲ ਕੀਤੀ ਹੈ। ਸੋ ਇਹਦੇ 'ਚ ਅਮਰੀਕਨ ਫਾਈਟਰ ਜੈਟਸ ਯੂਜ਼ ਹੋਏ ਨੇ F-35। ਯੈਸ, ਇਹਦੇ ਬਾਰੇ ਕੁਝ ਦੱਸੋ ਕਿ ਇਹ ਕੀ ਨਵਾਂ ਹੋਣ ਜਾ ਰਿਹਾ ਹੈ, ਕਿਉਂਕਿ ਇਹ ਵੀ ਕਮਾਲ ਦੀ ਨਿਊਜ਼ ਹੈ ਸਾਡੇ ਕੋਲ। ਮੈਨੂੰ ਲੱਗਦਾ ਕਿ ਜਿਹੜਾ ਈਅਰ 2023 ਹੈ ਨਾ, ਇੰਡੀਅਨ ਜੀਓਪੋਲਿਟਿਕਸ, ਇੰਡੀਅਨ ਚਾਹੇ ਪੋਲਿਟਿਕਸ ਦੇ ਲਈ ਬੜਾ ਹੀ ਇੱਕ ਸੁਨਹਿਰਾ ਸਾਲ ਹੈ। ਦੇਖੋ, ਇਹ ਇੱਕ ਸਾਲਾਨਾ ਸ਼ੋਅ ਹੁੰਦਾ ਹੈ, ਬਟ ਇਹ ਇੰਨੇ ਕੁ ਵੱਡੇ ਪੱਧਰ ਦੇ ਜਿਹੜੇ ਸ਼ੋਅ ਨਾ ਦੁਬਈ ਵਗੈਰਾ 'ਚ ਹੁੰਦੇ ਸੀ, ਅਮਰੀਕਾ, ਦੁਬਈ, ਔਰ ਇੰਡੀਆ ਇਹਨੂੰ ਇਸ ਵਾਰੀ ਫਸਟ ਮਤਲਬ ਕਰ ਰਿਹਾ ਇੰਨੇ ਵੱਡੇ ਲੈਵਲ 'ਤੇ। ਹੁਣ ਕੰਪਨੀ ਹੈ ਲੋਕਹੀਡ ਮਾਰਟਿਨ, ਜਿਹਨੇ ਮੈਨੂਫੈਕਚਰ ਕੀਤਾ ਹੈ F-35 ਜੀ। ਹੁਣ ਇਹ ਇੱਕ ਬੜਾ ਹੀ ਸੋਫਿਸਟੀਕੇਟਡ ਲੇਟੈਸਟ ਫਾਈਟਰ ਜੈਟ ਹੈ, ਜਿਹਨੂੰ ਕਿ ਜਿਹੜੀ ਡਿਸਪਲੇ ਕੀਤਾ ਗਿਆ ਜਦੋਂ ਕਿ ਜਿਹੜੇ ਆਰਮੀ ਵਾਲਿਆਂ ਦਾ ਸ਼ੋਅ ਹੁੰਦਾ ਨਾ, ਜੈਟਸ ਵਗੈਰਾ ਦਾ ਸਾਰਿਆਂ ਦੇ, ਇਹਦੇ 'ਚ ਇਹਨੂੰ ਡਿਸਪਲੇ ਕੀਤਾ ਗਿਆ ਐਂਡ ਇਟ ਵਾਜ਼ ਅ ਬਿਗ ਸਰਪ੍ਰਾਈਜ਼। ਇਹਨੂੰ ਆਈ ਮੀਨ ਜਦੋਂ ਤੁਸੀਂ ਇੰਨੇ ਵੱਡੇ ਲੈਵਲ ਦਾ, ਤੁਸੀਂ ਦੇਖੋ ਅਸੀਂ F-16 ਦੀ ਗੱਲ ਕਰੀਏ ਜੇ ਪਾਕਿਸਤਾਨ ਦੇ, ਕਿੰਨਾ ਰੌਲਾ ਪੈ ਗਿਆ ਸੀਗਾ ਜੀ ਕਿ ਜੀ ਹੁਣ ਇੱਦਾਂ ਹੋ ਜਾਏਗਾ, ਇੱਦਾਂ ਹੋ ਜਾਏਗਾ। ਹੁਣ ਤਾਂ F-35 ਹੈ। ਤੁਸੀਂ ਦੇਖੋ ਕਿ ਕਿੱਦਾਂ ਪਾਵਰ ਮੂਵਿੰਗ ਕਿੱਦਾਂ ਹੋ ਰਹੀ ਹੈ। F-16 ਦਾ ਜਵਾਬ ਉਹਨਾਂ ਨੇ F-35 ਨਾਲ ਦੇ ਰਹੇ। F-16 ਵਾਸਤੇ ਜਦੋਂ ਫੰਡਸ ਆਏ ਸੀ ਅਮਰੀਕਾ ਨੇ ਦਿੱਤੇ, ਉਦੋਂ ਵੀ ਕਾਫੀ ਹੋਇਆ ਸੀਗਾ ਕਿ ਇਹ ਮੇਨਟੇਨੈਂਸ ਵਾਸਤੇ ਨਹੀਂ ਹੈ। ਪਾਕਿਸਤਾਨ 'ਚ ਜਦੋਂ ਇਟ ਇਜ਼ ਨਾਟ ਫॉर ਮੇਨਟੇਨੈਂਸ ਆਫ F-16, ਇਹ ਤੇ ਇੰਡੀਆ ਦੇ ਅਗੇਂਸਟ ਕੁਝ ਹੋਣ ਜਾ ਰਿਹਾ ਹੈ, ਸ਼ਾਇਦ ਟੈਰਰਿਜ਼ਮ ਨੂੰ ਸਪੋਰਟ ਤਾਂ ਉਹਨਾਂ ਨੇ F-35 ਭੇਜਤਾ, ਲਓ ਜੀ। ਲੇਕਿਨ ਇਹਦੀ ਨਾ ਇੱਕ ਬਹੁਤ ਵੱਡੀ ਇੰਡੀਕੇਸ਼ਨ ਹੈ। ਇਹਦੀ ਇੰਡੀਕੇਸ਼ਨ ਇਹ ਹੈ ਕਿ ਅਮਰੀਕਨ ਕੰਪਨੀਜ਼ ਨੂੰ ਲੱਗਣਾ ਸ਼ੁਰੂ ਹੋ ਗਿਆ ਹੈ ਕਿ ਨਾਓ ਵੀ ਕੈਨੋਟ ਇਗਨੋਰ ਇੰਡੀਆ। ਔਰ ਸ਼ਾਇਦ ਉਹਨਾਂ ਦੇ ਮੂੰਹ 'ਚ ਪਾਣੀ ਵੀ ਆ ਰਿਹਾ ਹੋਏਗਾ ਕਿ ਅਸੀਂ ਰਸ਼ੀਅਨਸ ਨੂੰ ਕੱਢੀਏ, ਅਸੀਂ ਇੱਥੇ ਲਈਏ ਐਂਡ ਲੈਟਸ ਹੈਵ ਬਿਜ਼ਨਸ। ਦਿਸ ਇਜ਼ ਐਕਚੁਅਲੀ ਟੋਟਲ ਬਿਜ਼ਨਸ ਫॉर ਅਮਰੀਕਨਸ ਨੂੰ ਹੋਰ ਕੀ ਚਾਹੀਦਾ। ਤੇ ਮਤਲਬ ਤੁਸੀਂ ਦੇਖੋ ਨਾ ਕਿਤੇ ਅਮਰੀਕਾ ਦੀ ਇਹ ਵੀ ਕੋਸ਼ਿਸ਼ ਹੈ ਕਿ ਰਸ਼ੀਆ ਤੋਂ ਕਿਤੇ ਨਾ ਕਿਤੇ ਦੂਰ ਕਰ ਦਿੱਤਾ ਜਾਵੇ ਔਰ ਆਪਣੇ ਇਸ ਕੈਂਪ 'ਚ ਲਿਆਂਦਾ ਜਾਵੇ। ਬਿਜ਼ਨਸ ਵੀ ਹੈ, ਸਟ੍ਰੈਟੇਜਿਕਲ ਅਲਾਇੰਸਿਸ ਵੀ ਹੈ, ਜੀਓਪੋਲਿਟੀਕਲ ਇਸ਼ੂਜ਼ ਵੀ ਹੈ, ਇਹਦੀ ਅੰਡਰ ਕਰੰਟਸ ਬਹੁਤ ਹੈ। ਅੰਡਰਕਰੰਟ ਇੱਕ ਇਹ ਵੀ ਹੈ ਨਾ ਕਿ ਸਾਡਾ ਜ਼ਿਆਦਾਤਰ ਜਿਹੜਾ ਯੰਗ ਜਨਰੇਸ਼ਨ ਦਾ ਗਰੁੱਪਸ ਨੇ ਉਹ ਅਮਰੀਕਾ 'ਚ ਸੈਟਲ ਹੋਣਾ ਚਾਹੁੰਦੇ ਨੇ। ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਸਟੂਡੈਂਟਸ ਨੇ ਉਹ ਇੰਡੀਅਨ ਸਟੂਡੈਂਟਸ ਨੇ ਜੋ ਪੜ੍ਹ ਰਹੇ ਨੇ। ਸੈਕਿੰਡ ਨੰਬਰ 'ਤੇ ਚਾਈਨਾ ਆਉਂਦਾ ਹੈ। ਸੋ ਇਹ ਵੀ ਹੈ, ਉੱਥੋਂ ਦੇ ਵੱਧ ਤੋਂ ਵੱਧ ਸਿਟੀਜ਼ਨ ਬਣ ਰਹੇ ਨੇ। ਔਰ ਸਾਡੀ ਕਰੀਮ ਉੱਥੇ ਜਾ ਰਹੀ ਹੈ। ਡਾਕਟਰ ਹਰਗੋਬਿੰਦ ਖੁਰਾਨਾ ਸਾਡੇ ਉੱਥੇ ਨੇ, ਕਿਉਂਕਿ ਜੋ ਨੋਬਲ ਪ੍ਰਾਈਜ਼ ਵਿਨਰ ਨੇ। ਸੋ ਇਸ ਤਰ੍ਹਾਂ ਜੋ ਮਤਲਬ ਸਾਡੀ ਇੱਥੋਂ ਦੀ ਕਰੀਮ ਹੈ ਸਾਰੀ ਕੋਸ਼ਿਸ਼ ਕਰਦੀ ਹੈ ਕਿ ਅਮਰੀਕਾ 'ਚ ਸੈਟਲ ਹੋਈਏ। ਔਰ ਅਮਰੀਕਨਸ ਵੀ ਚਾਹੁੰਦੇ ਨੇ ਕਿ ਸਾਡੇ ਜਿਹੜੇ ਸਕਿਲਫੁਲ ਯੂਥ ਹੈ ਉਹਨੂੰ। ਮੈਂ ਇੱਥੇ ਇੱਕ ਹੋਰ ਚੀਜ਼ ਐਡ ਕਰੂੰਗੀ, ਜਿੱਦਾਂ ਇਹਨਾਂ ਨੇ ਬੜੀ ਸੋਫਿਸਟੀਕੇਟਡ ਪਲੇਨ, ਇਹਨਾਂ ਦੇ F-35 ਜੋ ਵੀ ਹੈ, ਹੁਣ ਇਹਦੀਆਂ ਵੀ ਨਾ ਵੈਰਾਈਟੀਜ਼ ਹੁੰਦੀਆਂ। ਜਿੱਦਾਂ ਨੰਬਰ 1 ਕੁਆਲਿਟੀ USA ਆਪਣੇ ਕੋਲ ਰੱਖੇਗਾ, ਨੰਬਰ 2 ਕੁਆਲਿਟੀ ਸ਼ਾਇਦ ਇਜ਼ਰਾਈਲ ਨੂੰ ਦਿੱਤਾ ਜਾਏਗਾ, ਐਂਡ ਦੈਨ ਨੈਕਸਟ। ਤੇ ਜੇ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਟੈਕਨੋਲੋਜੀ ਵੀ ਸਾਨੂੰ ਨੰਬਰ 1 ਮਿਲ ਗਈ, ਇੱਦਾਂ ਨਹੀਂ ਹੁੰਦਾ। ਮਤਲਬ ਇੱਦਾਂ ਨਹੀਂ ਹੈ। ਜੋ ਵੀ ਕੋਈ ਟੈਕਨੋਲੋਜੀ ਹੁੰਦਾ ਉਹ ਹਮੇਸ਼ਾ ਨੰਬਰ 1 ਜਿਹੜੀ ਕਰੀਮ ਆਪਣੇ ਕੋਲ ਹੀ ਰੱਖਦਾ। ਆਊਟਡੇਟਡ ਦਿੰਦੇ ਨੇ ਸਾਨੂੰ। ਆਊਟਡੇਟਡ, ਹੁਣ ਅਸੀਂ 35 ਨੂੰ ਆਊਟਡੇਟਡ ਤਾਂ ਨਹੀਂ ਕਹਿ ਸਕਦੇ, ਬਟ ਥੋੜਾ ਜਿਹਾ ਲੋਅਰ ਕੁਆਲਿਟੀ ਇੱਦਾਂ ਹੁੰਦਾ ਮਤਲਬ। ਔਰ ਇੰਡੀਆ ਆਪਣਾ ਵੀ ਡਿਵੈਲਪ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਸ ਵਕਤ 26 ਜਨਵਰੀ ਜੋ ਸਾਡਾ ਗਣਤੰਤਰ ਦਿਵਸ ਸੀ, ਰਿਪਬਲਿਕ ਡੇ ਸੀ, ਉਦੋਂ ਕਾਫੀ ਉਹਨਾਂ ਨੇ ਇਸ ਚੀਜ਼ ਦਾ ਪ੍ਰਦਰਸ਼ਨ ਵੀ ਕੀਤਾ ਕਿ ਅਸੀਂ ਆਪਣੀ ਇੰਡਸਟਰੀ ਡਿਵੈਲਪ ਕਰ ਰਹੇ ਹਾਂ। ਔਰ ਕਿਤੇ ਨਾ ਕਿਤੇ ਬਾਹਰ ਥੋੜਾ ਬਹੁਤ ਸਪਲਾਈ ਵੀ ਕਰ ਰਹੇ ਨੇ, ਕਿਉਂਕਿ ਮੇਕ ਇਨ ਇੰਡੀਆ ਦੇ ਨਾਲ ਮੇਕ ਫॉर ਦ ਵਰਲਡ ਦਾ ਵੀ ਕਨਸੈਪਟ ਬੜਾ ਤੇਜ਼ੀ ਨਾਲ ਚੱਲ ਰਿਹਾ। ਮੈਂ ਉਹੀ ਐਡ ਅਪ ਕਰ ਰਿਹਾ ਕਿ ਕਈ ਥਾਂ ਦੇ ਉੱਤੇ ਸਪਲਾਈ ਵੀ ਕਰ ਰਹੇ ਹਾਂ ਅਸੀਂ ਆਪਣਾ ਬਣਾਇਆ ਹੋਇਆ ਜਿਹੜਾ ਵਾਰਫੇਅਰ ਦੀ ਇੰਡਸਟਰੀਜ਼ ਹੈ। ਔਰ ਅਗਰ ਅਸੀਂ ਆਪਣਾ ਡਿਵੈਲਪ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਹਾਂ, ਅਮਰੀਕਾ ਵੀ ਤਾਂ ਡਿਵੈਲਪ ਕਰਦਾ, ਫਰਾਂਸ ਵੀ ਤਾਂ ਡਿਵੈਲਪ ਕਰਦਾ। ਰਾਫੇਲ ਅਸੀਂ ਉੱਥੋਂ ਹੀ ਲੈ ਕੇ ਆਏ ਹਾਂ ਫਰਾਂਸ ਤੋਂ। ਦੇਖੋ ਨਿਊਕਲੀਅਰ ਵੀ ਤਾਂ ਅਸੀਂ ਡਿਵੈਲਪ ਕੀਤਾ ਹੀ ਨਹੀਂ, ਨਿਊਕਲੀਅਰ ਇਹ ਵੀ ਦਿਨ ਦੂਰ ਨਹੀਂ ਜਦੋਂ ਸਾਡੇ ਆਪਣੇ ਫਾਈਟਰਸ ਹੋਣਗੇ ਔਰ ਅਸੀਂ ਬਾਕੀ ਥਾਂ ਤੇ ਸਪਲਾਈ ਕਰਦੇ ਹੋਵਾਂਗੇ, ਕਿਉਂਕਿ ਸਕਿੱਲ ਬਹੁਤ ਹੈ ਸਾਡੇ ਕੋਲ। ਸਕਿੱਲ ਬਹੁਤ ਹੈ ਸਾਡੇ ਕੋਲ, ਜਾਂ ਸਾਡੀ એનર્ਜੀ ਨੂੰ ਚੈਨਲਾਈਜ਼ ਕਰਨ ਵਾਲਾ ਕੋਈ ਨਹੀਂ, ਰਿਸੋਰਸਸ ਵੀ ਹੈਗੇ। ਜੀ। ਔਰ ਨੈਚੁਰਲੀ ਏਸ਼ੀਅਨ ਬ੍ਰੇਨਸ ਕਿਹਾ ਜਾਂਦਾ ਪੂਰੀ ਦੁਨੀਆ ਦੇ ਵਿੱਚ ਨੰਬਰ 1 ਨੇ, ਇਹ ਵੀ ਗੱਲ ਮੰਨੀ ਜਾਂਦੀ ਹੈ। ਸੋ ਠੀਕ ਹੈ, ਬਹੁਤ ਵਧੀਆ ਰਹੇਗਾ ਜੇ ਅਸੀਂ ਆਪਣੇ ਫਾਈਟਰ ਪਲੇਨਸ ਆਪ ਡਿਜ਼ਾਈਨ ਕਰ ਸਕੀਏ। ਔਰ ਅੱਗੇ ਜਿਹੜੇ ਏਰੋ ਸ਼ੋਜ਼ ਹੋਣੇ ਨੇ, ਏਰੋ ਇੰਡੀਆ ਸ਼ੋਅ ਹੁੰਦੇ ਨੇ, ਉਹਦੇ ਸਿਰਫ ਜੇ ਇੰਡੀਆ ਦੇ ਪਲੇਨਸ ਹੀ ਹੁਣ ਤਾਂ ਕਮਾਲ ਹੋ ਗਈ, ਮਜ਼ਾ ਆਏਗਾ ਜੀ। ਸੋ ਵਾਰ ਤੋਂ ਆਪਾਂ ਅੱਗੇ ਚੱਲਦੇ, ਕਿਉਂਕਿ ਹੁਣ ਫਾਈਟਰ ਪਲੇਨਸ ਇਸਤੇਮਾਲ ਹੁੰਦੇ ਨੇ। ਹੁਣ ਵਾਰ ਚੱਲ ਰਹੀ ਹੈ ਯੂਕਰੇਨ ਤੇ ਰਸ਼ੀਆ ਦੀ, ਔਰ 24 ਫਰਵਰੀ ਨੂੰ ਦਿਨ ਆ ਰਿਹਾ ਹੈ। ਔਰ ਕਹਿੰਦੇ ਨੇ ਇਹ ਐਨੀਵਰਸਰੀ ਹੈ
ये ਸੈਲੀਬ੍ਰੇਸ਼ਨਸ ਹੈ, ये एक साल ਦੁੱਖ ਦਾ ਹੈ, ਬਾਕੀ ਦੁੱਖ ਦਾ ਗੱਲ ਹੈ, ਬਹੁਤ ਡੈਥਸ ਹੋ ਗਈਆਂ, ਬਹੁਤ ਤਬਾਹੀ ਹੋਈ, ਔਰ ਇੱਕ ਸਾਲ ਦੇ ਵਿੱਚ ਤਾਂ ਖੰਡਰ ਬਣ ਜਾਂਦਾ ਦੇਸ਼। ਔਰ ਕਿੱਥੇ ਖੜਾ ਸੀ, ਕਿੰਨੀ ਟਾਈਮ ਲੱਗਦਾ ਇਸ ਚੀਜ਼ ਨੂੰ ਬਣਾਉਣ ਤੇ, ਔਰ ਤੋੜਨ ਲੱਗੇ ਤਾਂ ਇੱਕ ਬੰਬ ਹੀ ਸੁੱਟਣਾ ਖਤਮ। ਸੋ ਇੱਕ 1 ਈਅਰ ਹੋਣ ਲੱਗਾ ਹੈ, ਐਨੀਵਰਸਰੀ ਕਹੀਏ, ਕੀ ਕਹੀਏ ਇਹਨੂੰ, ਕੀ ਕਹੀਏ? ਇਹ ਹੁਣ 24 ਤਰੀਕ ਨੂੰ ਨਾ ਮੈਂ ਵੀ ਬੜੀ ਇੰਟਰਸਟਿੰਗਲੀ ਵੇਟ ਕਰ ਰਹੀ ਹਾਂ ਕਿ ਜਿਹੜੀ ਗਲੋਬਲ ਜਿਹੜੀ ਮੀਡੀਆ ਹੈ ਉਹ ਕੀ ਹੈਡਲਾਈਨ ਲਗਾਏਗਾ। ਗਲੋਬਲ ਕਮਿਊਨਿਟੀ ਉੱਤੇ ਡਿਪੈਂਡ ਕਰਦਾ ਹੈ। ਯੈਸ, ਮਤ ਕੀ ਹੈਡਲਾਈਨ ਲਗਾਉਣਗੇ ਵੀ 24 ਫੈਬਰੀ ਆ ਗਈ, ਸਾਲ ਹੋਣ ਵਾਲਾ ਹੈ, ਬਈ ਕੀ ਚੱਲ ਰਿਹਾ ਹੈ। ਜਦੋਂ ਇੰਨਾ ਮੈਂ ਸ਼ਿਓਰਟੀ ਨਾਲ ਕਹਿ ਸਕਦੀ ਕਿ ਡਿਬੇਟ ਡਿਸਕਸ਼ਨਸ ਬਹੁਤ ਹੋਣੇ ਵਾਰ 'ਤੇ, ਕਿਹਦਾ ਕੀ ਰੋਲ ਹੈ, ਕਿੱਦਾਂ ਹੈ, ਫਲਾਣਾ ਹੈ, ਟਮਕਾਣਾ ਹੈ। ਲੇਕਿਨ ਸਭ ਤੋਂ ਪਹਿਲੇ ਜੇ ਅਸੀਂ USA ਦੀ ਗੱਲ ਕਰੀਏ, USA ਨੇ ਦੇਖੋ ਤਾਲਿਬਾਨ ਨਾਲ ਵੀ ਪੀਸ ਟਾਕ ਕਰ ਲਏ, ਲੇਕਿਨ ਇਸ ਸਾਲ 'ਚ ਕੋਈ USA ਨੇ ਇਨੀਸ਼ੀਏਟਿਵ ਨਹੀਂ ਲਿਆ ਕੋਈ ਪੈਰਲਰ ਕੋਈ ਪੀਸ ਟਾਕ ਚਲਾਉਣ ਲਈ। ਤਾਲਿਬਾਨ ਨਾਲ ਗੱਲ ਕਰ ਲਈ ਹੈ ਜਦੋਂ ਤਾਲਿਬਾਨ ਦਾ ਇਸ਼ੂ ਸੀਗਾ। ਨੰਬਰ 2, ਜੇ ਅਸੀਂ ਇਕਨੋਮਿਕ ਇੰਟਰਸਟ ਤੋਂ ਦੇਖੀਏ ਤਾਂ ਸਾਰੀ ਦੁਨੀਆ ਨੂੰ ਪਤਾ ਹੈ ਕਿ ਚਲੋ ਅਮਰੀਕਾ ਇਜ਼ ਮੇਕਿੰਗ ਮਨੀ, ਬਟ ਇੰਡੀਆ ਇਜ਼ ਆਲਸੋ ਮੇਕਿੰਗ ਮਨੀ। ਹਾਓ? ਇੰਡੀਆ ਜਿਹੜਾ ਆਇਲ ਲੈ ਰਿਹਾ, ਠੀਕ ਹੈ, ਚਲੋ 6 ਮਹੀਨੇ ਇੰਡੀਆ ਸੁਣਦਾ ਰਿਹਾ ਆਇਲ ਹੈ ਨਾ, ਬਾਅਦ 'ਚ ਉਹਨੂੰ ਕਿਹਾ ਚਲੋ ਜੀ ਇਹਦੀ ਜ਼ਰੂਰਤ ਹੈ, ਹੁਣ ਉਹ ਰਿਫਾਈਨਡ ਕਰਕੇ ਉਹ ਇਹ ਨਹੀਂ ਅੱਗੋਂ ਸੈਲ ਕਰ ਰਿਹਾ, USA ਨੂੰ ਵੀ ਸੈਲ ਕਰ ਰਿਹਾ। ਵੀ ਆਰ ਆਲਸੋ ਮੇਕਿੰਗ ਮਨੀ। ਹੁਣ ਇੰਡੀਆ ਉੱਤੇ ਕੁਐਸਚਨ ਮਾਰਕ ਲਗਾਉਣ ਵਾਲੇ ਇਹ ਵੀ ਲਗਾ ਰਹੇ ਕਿ ਇੱਕ ਪਾਸੇ ਤੁਸੀਂ ਕਹਿੰਦੇ ਰਸ਼ੀਆ ਨਾਲ ਸਾਡੀ ਬੜੀ ਦੋਸਤੀ ਹੈ, ਅਤੇ ਅਸੀਂ ਇੱਕ ਗੋਲੀ ਤੱਕ, ਜਿਹਨੂੰ ਕਹਿੰਦੇ ਨਾ ਬੁਲਟ ਤੱਕ ਨਹੀਂ ਦਿੱਤੀ। ਹਥਿਆਰ ਪਾਕਿਸਤਾਨ ਦੇ ਵੀ ਹਥਿਆਰ ਯੂਕਰੇਨ ਨੂੰ ਪਹੁੰਚੇ। ਉਹ ਪਾਕਿਸਤਾਨ ਨੇ ਵੀ ਛੋਟੇ ਮੋਟੇ ਜਾਂ ਅੰਡਰ ਦੀ ਚਲੋ ਕਰਟਨ ਜੋ ਵੀ ਦਿੱਤੇ ਹੈ। ਵੀ ਹੈਵਨਟ, ਵੀ ਆਰ ਪਲੇਇੰਗ ਵੈਰੀ ਸੋਫਿਸਟੀਕੇਟਡ ਗੇਮ। ਜਿੱਦਾਂ ਬੈਟਸਮੈਨ ਖੇਲਦਾ ਨਾ ਫਰੰਟ ਫੁੱਟ 'ਤੇ ਆ ਕੇ, ਉਹਨੂੰ ਪਤਾ ਮੇਰੀ ਸੈਟਿੰਗ ਹੁਣ ਬੋਲ ਨਹੀਂ ਮੈਨੂੰ ਆਉਣੀ, ਤਾਂ ਫਿਰ ਫਰੰਟ ਫੁੱਟ 'ਤੇ ਆ ਕੇ ਖੇਲਦਾ। ਮਤਲਬ ਵਾਟ ਆਈ ਐਮ ਟਰਾਈਂਗ ਟੂ ਸੇ ਇਜ਼, ਅੱਛਾ ਫਿਰ ਤੁਸੀਂ ਦੇਖਿਆ ਹੋਣਾ 2-3 ਦਿਨ ਪਹਿਲੇ ਅਜੀਤ ਡੋਵਾਲ ਸਾਹਿਬ ਜਿਹੜੇ ਹੈ ਜੀ, ਉਹ ਪੁਟਿਨ ਨੂੰ ਮਿਲ ਕੇ ਆ ਰਹੇ ਆ, ਠੀਕ ਹੈ। ਇਸ ਤੋਂ ਮਤਲਬ ਹੁਣ ਸਾਰੇ USA ਵੀ ਹੋ ਕੇ ਆਏ, UK ਵੀ ਗਏ, ਤਿੰਨਾਂ ਕੰਟਰੀਜ਼ ਹੈ, ਤਿੰਨੋਂ ਨਿਊਕਲੀਅਰ ਕੰਟਰੀਜ਼ ਹੈ ਜੀ, ਠੀਕ ਹੈ। ਔਰ ਫਿਰ ਇੰਟਰਨੈਸ਼ਨਲ ਮੀਡੀਆ 'ਚ USA ਇਹ ਫੈਲਾ ਰਿਹਾ ਹੈ ਕਿ ਜੀ ਮੋਦੀ ਸਾਹਿਬ ਕੁਝ ਕਰ ਸਕਦੇ ਹੈ ਜਾਂ ਇੰਡੀਆ ਕੁਝ ਕਰ ਸਕਦਾ ਹੈ। ਅਤੇ ਇਹ ਐਕਚੁਅਲੀ USA ਕੀ ਕਰ ਰਿਹਾ ਹੈ ਕਿ ਇੰਡੀਆ ਨੂੰ ਨਾ ਚਨੇ ਕੀ ਝਾੜ ਪੇ ਚੜਾ, ਉਹ ਇੱਕ ਅਖਾਣ ਹੈ ਨਾ, ਚਨੇ ਦੀ ਝਾੜ ਪੇ ਚੜਾਣਾ, ਫੂਕ ਦੇਣਾ, ਪੰਜਾਬੀ 'ਚ ਕਹੋ ਫੂਕ ਦਿੰਦਾ ਪਿਆ। ਯੈਸ। ਔਰ ਕਿਉਂ ਫੂਕ ਦੇ ਰਿਹਾ? ਕਿਉਂਕਿ ਇਹ ਅਮਰੀਕਾ ਨੇ ਜਸਟੀਫਾਈ ਕਰਨਾ ਹੈ ਕਿ ਦੇਖੋ ਜੀ ਮੈਂ ਤਾਂ ਬਹੁਤ ਕਿਹਾ, ਉਹ ਤਾਂ ਇੰਡੀਆ ਦੋਸਤ ਸੀ, ਉਹ ਤਾਂ ਆਪਣੇ ਦੋਸਤ ਦਾ ਕਹਿਣਾ ਵੀ ਨਹੀਂ ਮੰਨ ਸਕਦਾ, ਅਤੇ ਫਿਰ ਹੁਣ ਰਸ਼ੀਆ ਨੂੰ ਤਾਂ ਜੀ ਖਤਮ ਕਰਨਾ ਹੀ ਪੈਣਾ ਸੀ। ਓ ਗੋਡ, ਦੂਸਰੇ ਪਾਸੇ ਹੁਣ ਤੁਰ ਪੈਣਗੇ। ਹਾਂ, ਮਤਲਬ ਉਹ, ਔਰ ਜਿਹੜਾ ਇੰਡੀਆ ਕੋਈ ਸਟੇਟਮੈਂਟ ਨਹੀਂ ਦੇ ਰਿਹਾ ਰਸ਼ੀਆ ਨੂੰ ਵੀ ਵਾਰ ਕਰੋ ਜਾਂ ਨਾ ਕਰੋ। ਉਹ ਆਪਣਾ ਚੁੱਪਚਾਪ ਆਇਲ ਖਰੀਦ ਲਿਆ, ਠੀਕ ਹੈ। ਉਹ ਕਹਿੰਦੇ ਨਾ ਮੇਕ ਹੈ ਵਾਈਲ ਸਨਸ਼ਾਈਨ, ਹੈ ਨਾ, ਤਾਂ ਆਪਣੇ ਆਇਲ ਦਾ ਉਹ ਸਾਰਾ ਚੱਲ ਰਿਹਾ। ਔਰ ਆ ਸਾਰੀ ਇਕੋਨਮੀ ਜਿਹੜੀ ਹੈ ਤੁਸੀਂ ਦੇਖੋ, ਮਤਲਬ ਇੱਕ ਪਾਸੇ ਅਸੀਂ ਕਹਿ ਰਹੇ ਹਾਏ ਵਾਰ, ਮਤਲਬ ਵਾਰ ਨਾ ਦੇਖੋ ਇਕੋਨਮੀ ਚੱਲਦੀ ਵੀ ਤਾਂ ਪਈ ਹੈ ਨਾ। ਤੁਸੀਂ ਦੇਖੋ, ਲੁੱਕ ਐਟ ਦੀ ਗੇਮ ਜੀ, ਅਮਰੀਕਾ ਨੇ ਆਪਣੀ ਇਕੋਨਮੀ ਚਲਾ ਲਈ, ਠੀਕ ਹੈ, ਇੰਡੀਆ ਵੀ ਚੱਲ, ਵੈਪਨਸ ਦੇ ਇਹਨਾਂ ਨੇ ਚਲਾ ਅੱਛਾ ਲਈ, ਫਿਰ ਆ ਪੈਟਰੋਲ ਜਿਹੜੀ ਤੇ ਡੀਲ ਹੋ ਰਹੀ ਜੋ ਵੀ ਹੋ ਰਹੀ, ਚਲੋ ਮੈਂ ਨਹੀਂ ਕਹਿੰਦੀ ਕਿ ਇਹ ਟਾਟਾਸ ਗਰੁੱਪ ਜੋ ਵੀ ਹੈ, ਅੱਛਾ ਫਿਰ ਗਲੋਬ 'ਚ ਮਤਲਬ ਇੱਕ ਗੇਮ ਨੂੰ ਸਮਝਣਾ ਇਜ਼ ਲਾਈਕ ਬੜੀ ਸੋਫਿਸਟੀਕੇਟਡ ਗੇਮ ਚੱਲ ਰਹੀ ਹੈ ਇਸ ਟਾਈਮ। ਹਰ ਬੰਦਾ ਆਪਣੇ ਫਾਇਦੇ ਵਾਸਤੇ ਕੰਮ ਕਰ ਰਿਹਾ ਹੈ। ਸੋ ਟ੍ਰੇਡ ਚਾਹੀਦਾ ਹਰ ਇੱਕ ਨੂੰ। ਔਰ ਕਈ ਵਾਰ ਦੇਖੋ ਕਿ ਵਾਰ ਇਜ਼ ਅ ਬਿਜ਼ਨਸ। ਨੈਚੁਰਲੀ ਉਹਨਾਂ ਦੀ ਸੈਟੇਲਾਈਟ ਇੰਡਸਟਰੀ ਹੈ ਕਿ ਉਹ ਵੈਪਨਸ ਬਣਾਉਂਦੇ ਨੇ, ਤੇ ਫਿਰ ਇੰਡਸਟਰੀ ਨੇ ਵੈਪਨ ਤਾਂ ਵੇਚਣੇ ਹੀ ਨੇ, ਉੱਥੇ ਪ੍ਰੋਫਿਟ ਹੋਣਾ ਹੈ। ਔਰ ਪ੍ਰੋਫਿਟ ਕਿਹਨੂੰ ਹੁੰਦਾ ਹੈ? ਨਾ ਜਿੱਤਣ ਵਾਲੇ ਨੂੰ ਹੁੰਦਾ ਹੈ, ਨਾ ਹਾਰਨ ਵਾਲੇ ਨੂੰ ਹੁੰਦਾ। ਪ੍ਰੋਫਿਟ ਹੁੰਦਾ ਜਿਹੜੇ ਹਥਿਆਰ ਬਣਾ ਕੇ ਸੈਲਿੰਗ ਕਰਦੇ ਨੇ। ਤੁਸੀਂ ਉਹ ਸਟੋਰੀ ਨਹੀਂ ਸੁਣੀ, ਉਹ ਇੱਕ ਬੰਦਰ ਔਰ 2 ਬਿੱਲੀਆਂ, ਉਹ ਰੋਟੀ ਦੇ ਟੁਕੜੇ ਲਈ ਲੜ ਰਹੀਆਂ, ਠੀਕ ਹੈ। ਉਹ ਅੱਧਾ ਉਹਨੂੰ ਅੱਧਾ, ਔਰ ਉਹ ਸਾਰਾ ਬੰਦਰ ਲਈ ਜਾ ਰਿਹਾ, ਬੰਦਰ ਸਾਰੀ ਰੋਟੀ ਖਾ ਜਾਂਦਾ ਹੈ। ਸੋ ਇਹ ਚੀਜ਼ਾਂ ਚੱਲ ਰਹੀਆਂ ਨੇ। ਔਰ ਦੇਖੋ ਵਾਰ ਕਿੱਡਾ ਵੱਡਾ ਨੁਕਸਾਨ ਹੈ, ਕਿੰਨਾ ਵੱਡਾ ਔਰ ਨੁਕਸਾਨ ਹੈ। ਕੁਦਰਤ ਨੇ ਇੱਕ ਧਰਤੀ ਦਿੱਤੀ ਹੈ, ਅਸੀਂ ਉੱਤੇ ਲਾਈਨਾਂ ਖਿੱਚੀਆਂ ਹੋਈਆਂ ਨੇ, ਔਰ ਇਹ ਦੇਸ਼ ਇਹ ਅਸੀਂ এনवायरमेंट ਦਾ ਕਿੰਨਾ ਨੁਕਸਾਨ ਕਰ ਰਹੇ ਹਾਂ। ਆਫ ਕੋਰਸ ਕਰ ਰਹੇ ਹਾਂ। ਇੱਕ ਵਾਰੀ ਇੱਕ ਲੇਡੀ ਨੇ ਕੀ ਕੀਤਾ ਹੋਇਆ ਸੀ, ਇੱਕ ਵੱਡੇ ਸਾਰੇ ਹਾਲ ਦੇ ਵਿੱਚ ਨਾ ਹਾਂਜੀ ਲਾਈਨਾਂ ਖਿੱਚੀਆਂ ਹੋਈਆਂ, ਔਰ ਉੱਥੇ ਟੈਨੈਂਟਸ ਰੱਖਦੀ ਸੀ, ਔਰ ਬਾਕਸਿਸ ਬਣਾਏ ਹੋਏ ਚੌਕ ਨਾਲ ਲਾਈਨਾਂ ਖਿੱਚ ਕੇ, ਨੰਬਰ 1, ਨੰਬਰ 2, ਨੰਬਰ 3, ਨੰਬਰ 4। ਇੱਕ ਨਵਾਂ ਟੈਨੈਂਟ ਆਇਆ, ਉਹ ਕਹਿੰਦੀ 5 नंबर रूम तेरा। कहते रूम है? कहते यस। कहते सड़क के फर्श के ऊपर आप लाइनें खींच दोगे तो रूम बन जाता है। कहता ਜਦੋਂ ਧਰਤੀ ਦੇ ਲਾਈਨਾਂ ਖਿੱਚਣ ਨਾਲ ਦੇਸ਼ ਬਣ ਸਕਦੇ ਨੇ।
ਤੇ रूम क्यों नहीं बन सकते? Yes. सो वेरी गुड लॉजिक। और एक देखा जाए तो ਸਟਾਇਰ है, ਬਿਲਕੁਲ ਹੈ ਕੀ ਸਟਾਇਰ ਹੈ? ਹੈ ਕੁਝ ਵੀ ਨਹੀਂ ਹੈ। ਔਰ ਅਸੀਂ ਇਹੀ ਚੀਜ਼ਾਂ ਕਰ ਰਹੇ ਹਾਂ। ਫੋਰ ਐਗਜ਼ਾਮਪਲ ਚੰਦਰਮਾ ਦੇ ਉੱਤੇ ਗਏ, ਚੰਨ ਦੇ ਉੱਤੇ ਗਏ, ਮੂਨ ਦੇ ਉੱਤੇ ਮੂਨ ਲੈਂਡਿੰਗ ਕੀਤੀ। ਜੋ ਦੇਸ਼ ਜਾਂਦਾ ਆਪਣਾ ਝੰਡਾ ਗੱਡ ਕੇ ਆ ਜਾਂਦਾ। ਹੁਣ ਉੱਥੇ ਵੀ ਹੋਏਗਾ ਕਿ ਅਮਰੀਕਨ ਜ਼ੋਨ, ਰਸ਼ੀਅਨ ਜ਼ੋਨ, ਚਾਈਨੀਜ਼ ਜ਼ੋਨ ਚੰਦ ਦੇ ਉੱਤੇ, ਉੱਥੇ ਤੇ ਕੋਈ ਵੀ ਨਹੀਂ ਹੈਗਾ। ਨਾਟ ਇਵਨ ਅ ਬਰਡ ਕਿ ਤੁਹਾਡੇ ਫਲੈਗ ਦੇ ਉੱਤੇ ਬੈਠ ਕੇ ਉਹ ਗਾਣਾ ਕੋਈ ਗੀਤ ਗਾ ਸਕੇ। ਉੱਥੇ ਤਾਂ ਬਰਡ ਵੀ ਨਹੀਂ ਹੈਗਾ। ਕਿਹਦੇ ਵਾਸਤੇ ਝੰਡੇ ਲਗਾ ਰਹੇ ਆ? ਸੀ ਦ ਮੈਂਟੈਲਿਟੀ। ਮਤਲਬ ਇਹ ਵਾਰ ਮੈਂਟੈਲਿਟੀ, ਇਹ ਦੇਸ਼ਾਂ ਦੀ ਮੈਂਟੈਲਿਟੀ, ਇੱਕ ਦੂਜੇ ਨੂੰ ਦਬਾਉਣ ਦੀ ਮੈਂਟੈਲਿਟੀ, ਇੱਕ ਦੂਸਰੇ ਤੋਂ ਉੱਚਾ ਉੱਠਣ ਦੀ ਔਰ ਦੂਸਰੇ ਦੇ ਨੁਕਸਾਨ ਵੀ ਕਰਨ ਦੀ ਆਪਣੇ ਫਾਇਦੇ ਲਈ, ਇਹ ਸਾਰੀਆਂ ਮੈਂਟੈਲਿਟੀਜ਼। ਐਂਡ ਸਟਿਲ ਵੀ ਸੇ ਵੀ ਆਰ ਸਿਵਲਾਈਜ਼ਡ। ਵੀ ਆਰ ਸਿਵਲਾਈਜ਼ਡ। ਔਰ ਹਿਊਮਨ ਰਾਈਟਸ ਦੀ ਅਸੀਂ ਗੱਲ ਕਰ ਰਹੇ ਹਾਂ। ਮਤਲਬ ਸੋਸਾਇਟੀ ਦਾ ਕੀ ਰੋਲ ਹੈ ਕਿ ਆਪ ਹੀ ਬਿਮਾਰ ਕਰਦੀ ਹੈ, ਫਿਰ ਆਪ ਹੀ ਮੈਡੀਸਨ ਲੈ ਕੇ ਆ ਜਾਂਦੀ ਹੈ। ਬਸ ਜੀ ਬਸ। ਫਿਰ ਪਹਿਲਾਂ ਬਿਮਾਰ ਕਿਉਂ ਕੀਤਾ ਜੇ ਬਾਅਦ ਵਿੱਚ ਮੈਡੀਸਨ ਦੇਣੀ ਸੀ? ਬਸ ਐਂਟਰਟੇਨਮੈਂਟ ਮਤਲਬ ਉਹ ਚਲਾਉਂਦੀ ਰਹੇ ਬਸ, ਹੈ ਨਾ? ਕਿਉਂਕਿ ਜੇ ਦੇਸ਼ ਨਹੀਂ ਹੋਣਗੇ ਤਾਂ ਫਿਰ ਵੱਡੇ ਵੱਡੇ ਮਿਲਟਰੀ ਜਰਨਲਸ ਕਿੱਥੋਂ ਹੋਣਗੇ? ਬਿਲਕੁਲ ਜੀ, ਪ੍ਰੈਜ਼ੀਡੈਂਟਸ ਐਂਡ ਪ੍ਰਾਈਮ ਮਿਨਿਸਟਰਸ ਕਿੱਥੋਂ ਹੋਣਗੇ? ਬਿਲਕੁਲ ਜੀ। ਔਰ ਇਹਨਾਂ ਸਾਰੀਆਂ ਪੋਸਟ ਵਾਸਤੇ ਜਿਹੜੇ ਬਾਕੀ ਸਾਰੇ ਸਿਟੀਜ਼ਨਸ ਨੇ, ਉਹਨਾਂ ਦਾ ਫਿਊਚਰ, ਉਹਨਾਂ ਦੀ ਲਾਈਫ ਦਾਅ ਤੇ ਲੱਗੀ ਹੁੰਦੀ ਹੈ, ਉਹਨਾਂ ਦਾ ਨੈਚੁਰਲ ਟੈਲੈਂਟ ਦਾਅ ਤੇ ਲੱਗਾ ਹੁੰਦਾ ਹੈ। ਸੋ ਜਾਰਜ ਬਰਨਰਡ ਸ਼ਾਅ ਬਹੁਤ ਵਧੀਆ ਕਹਿੰਦੇ ਨੇ, ਵਾਰ ਇਜ਼ ਨਥਿੰਗ ਬਟ ਮਰਡਰ ਇਨ ਯੂਨੀਫਾਰਮ। ਕਿਉਂਕਿ ਅਸੀਂ ਇੱਕ ਦੇਸ਼ ਦੇ ਵਿੱਚ ਆਪਸ ਦੇ ਵਿੱਚ ਕਿਸੇ ਦਾ ਮਰਡਰ ਕਰ ਦਈਏ, ਇਟਸ ਅ ਕ੍ਰਾਈਮ। ਲਾਇਸੈਂਸਡ ਮਰਡਰਿੰਗ, ਲਾਇਸੈਂਸ ਟੂ ਮਰਡਰ। ਕਿਉਂਕਿ ਜਦੋਂ ਅਸੀਂ ਇੱਕ ਸੋਲਜਰ ਦੂਸਰੇ ਸੋਲਜਰ ਨੂੰ ਮਾਰਦੇ, ਦੈਟਸ ਕਿਲਿੰਗ, ਹੈ ਨਾ? ਮਰਡਰ ਹੀ ਹੋ ਰਿਹਾ। ਪਰ ਇੱਕ ਪਾਸੇ ਮਰਡਰ ਵਾਸਤੇ ਸਜ਼ਾ ਹੁੰਦੀ ਹੈ ਅਕੋਰਡਿੰਗ ਟੂ ਲਾਅ, ਦੂਸਰੇ ਪਾਸੇ ਐਪਰੀਸੀਏਸ਼ਨ ਮਿਲਦੀ ਹੈ ਕਿ ਇਹਨੇ ਦੁਸ਼ਮਣਾਂ ਨੂੰ ਮਾਰ ਦਿੱਤਾ। ਕਿਹਨੇ ਸਰਟੀਫਾਈ ਕੀਤਾ ਕਿ ਇਹ ਦੁਸ਼ਮਣ ਨੇ? ਉਹਦੇ ਤੇ ਰਿਲੀਜਨ ਵੀ ਮਾਫ ਕਰ ਦਿੰਦਾ ਹੈ। ਯੈਸ। ਮਤਲਬ ਤੁਸੀਂ ਡਾਇਕੋਟਮੀ ਦੇਖੋ, ਤੁਸੀਂ ਪੋਲਿਟਿਕਸ ਨੇ ਇਹ ਡੈਫੀਨੇਸ਼ਨਸ ਦਿੱਤੀਆਂ ਨੇ ਕਿ ਉਹ ਮਰਡਰ ਉੱਥੇ ਦੁਸ਼ਮਣ ਹੈ, ਉਹਨੂੰ ਐਪਰੀਸ਼ੀਏਟ ਕਰੋ। ਇੱਥੇ ਉਹ ਕੋ ਸਿਟੀਜ਼ਨ ਹੈ, ਇੱਥੇ ਐਪਰੀਸ਼ੀਏਟ ਨਹੀਂ, ਇੱਥੇ ਸਜ਼ਾ ਮਿਲਣੀ ਚਾਹੀਦੀ ਹੈ। ਸੋ ਮਰਡਰ ਇਜ਼ ਮਰਡਰ। ਸੋ ਇਹ ਜਿਹੜਾ ਸਾਰਾ ਹੈ ਨਾ ਸਮਝਣਾ, ਔਰ ਅਨਨੋਨ ਲੋਕਾਂ ਦਾ ਮਰਡਰ ਜਿਹਨੂੰ ਅਸੀਂ ਜਾਣਦੇ ਵੀ ਨੇ, ਔਰ ਉਹਦੇ ਵੀ ਹਾਲਾਤ ਉਹੀ ਨੇ ਜੋ ਮੇਰੇ ਹਾਲਾਤ ਨੇ, ਸੇਮ। ਉਹਦੀ ਫੈਮਿਲੀ, ਉਹਦੇ ਬੱਚੇ, ਉਹਦੇ ਰਿਲੇਸ਼ਨਸ, ਉਹਦੀ ਲਵ ਲਾਈਫ, ਉਹਦੀ ਇੰਜੋਇਮੈਂਟਸ, ਐਵਰੀਥਿੰਗ ਇਜ਼ ਸੇਮ। ਉਹਦੀ ਹੌਬੀਜ਼ ਸੇਮ ਨੇ। ਹੀ ਇਜ਼ ਅ ਹਿਊਮਨ ਬੀਇੰਗ, ਮੈਂ ਵੀ ਹਿਊਮਨ ਬੀਇੰਗ ਆ, ਬਟ ਡਿਫਰੈਂਸ ਆ ਯੂਨੀਫਾਰਮ ਦਾ, ਡਿਫਰੈਂਸ ਹੈ ਦੇਸ਼ ਦਾ। ਇਸ ਕਰਕੇ ਫਿਰ ਇੰਟੈਲੈਕਟ ਕਿੱਥੇ ਹੈ? ਯੈਸ, ਵੇਅਰ ਇਜ਼ ਦ ਇੰਟੈਲੈਕਟ, ਵੇਅਰ ਇਜ਼ ਦ ਵਿਜ਼ਡਮ? ਸਿਵਲਾਈਜ਼ਡ ਸੋਸਾਇਟੀ ਆਪਾਂ ਕਿਹਨੂੰ ਕਵਾਂਗੇ? ਵੀ ਆਰ ਸਿਵਲਾਈਜ਼ਡ, ਵੀ ਆਰ ਹਿਊਮਨ ਬੀਇੰਗਸ, ਹਿਊਮਨ ਰਾਈਟਸ, ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਔਰ ਬੜੇ ਅੱਛੇ ਇਮੋਸ਼ਨਲ ਲੈਕਚਰਸ ਦਿੰਦੇ ਆ, ਬਟ ਪ੍ਰੈਕਟੀਕਲੀ। ਅੱਛਾ ਤੁਸੀਂ ਦੇਖੋ, 1 ਸਾਲ ਹੋ ਗਿਆ ਵਾਰ 'ਚ, ਕੋਈ ਹਿਊਮਨ ਰਾਈਟ ਦਾ ਇਸ਼ੂ ਉੱਠਿਆ? ਨੋ। ਸਾਰੀ ਹਿਊਮਨ ਰਾਈਟ ਏਜੰਸੀਜ਼ ਕਿੱਥੇ ਹੁਣ? ਮੈਨੂੰ ਇੱਕ ਚੀਜ਼ ਬਹੁਤ ਅੱਛੀ ਲੱਗੀ ਸੀ, ਇੱਕ ਸੋਲਜਰ ਨੂੰ ਜੋ ਰਸ਼ੀਅਨ ਸੋਲਜਰ ਹੈ, ਉਸ ਸਟੋਰੀ ਆਈ ਸੀ ਸੋਸ਼ਲ ਮੀਡੀਆ 'ਤੇ। ਇੱਕ ਰਸ਼ੀਅਨ ਸੋਲਜਰ ਨੂੰ ਯੂਕਰੇਨ ਦੇ ਵਿੱਚ ਸੂਰਜਮੁਖੀ ਦੇ ਫੁੱਲਾਂ ਦੇ ਬੀਜ ਦਿੱਤੇ ਇੱਕ ਔਰਤ ਨੇ। ਐਂਡ ਸ਼ੀ ਸੈਡ ਕਿ ਜਿੱਥੇ ਜਿੱਥੇ ਕਿਲਿੰਗਸ ਹੋਣ ਨਾ, ਜਿੱਥੇ ਜਿੱਥੇ ਡੈਡ ਬੋਡੀਜ਼ ਪਈਆਂ ਹੋਣ, ਭਾਵੇਂ ਤੁਹਾਡੀਆਂ ਹੋਣ ਭਾਵੇਂ ਸਾਡੀਆਂ ਹੋਣ, ਉੱਥੇ ਸੂਰਜਮੁਖੀ ਦੇ ਫੁੱਲਾਂ ਦੇ ਬੀਜ ਪਾਉਂਦੇ ਰਹਿਣਾ ਤਾਂ ਕਿ ਉਹਨਾਂ ਦੀ ਯਾਦ ਦੇ ਵਿੱਚ ਫੁੱਲ ਖਿੜ ਸਕਣ। ਇਹ ਵੀ ਇੱਕ ਸੋਚ ਸੀ ਕਿ ਉਹ ਖੁਸ਼ਬੂ ਫੈਲਾਉਣਾ ਚਾਹੁੰਦੀ ਹੈ। ਹੁਣ ਉਹ ਉਸ ਦਾ ਇੱਕ ਛੋਟਾ ਜਿਹਾ ਮਾਸੂਮ ਸੁਪਨਾ, ਉਹ ਕਿੱਥੇ ਗਿਆ? ਇੱਕ ਐਰੋਪਲੇਨ ਆਏਗਾ, ਬੰਬ ਸੁੱਟੇਗਾ, ਬੋਮ, ਐਂਡ ਸੁਪਨਾ ਵੀ ਗਿਆ ਔਰ ਉਹ ਸੁਪਨਾ ਦੇਖਣ ਵਾਲਾ ਵੀ ਗਿਆ। ਸੋ ਸਿਵਲਾਈਜ਼ਡ ਸੋਸਾਇਟੀ। ਸੋ ਇਹ ਸਭ ਕੁਝ ਚੱਲ ਰਿਹਾ ਹੈ। ਔਰ ਜੋ ਲੋਕ ਇਸ ਚੀਜ਼ ਨੂੰ ਫੀਲ ਕਰਦੇ ਨੇ ਕਿ ਹਿਊਮਨ ਲਾਈਫ ਮੈਟਰਸ, ਉਹ ਹਮੇਸ਼ਾ ਕਹਿਣਗੇ ਕਿ ਇੰਨਾ ਪੈਸਾ ਤੁਸੀਂ ਵਾਰਸ ਦੇ ਉੱਤੇ ਖਰਚਦੇ ਹੋ, ਨਿਊਕਲੀਅਰ ਪਲਾਂਟਸ ਬਣਾ ਦਿੱਤੇ, ਜਿਹੜੇ ਵੱਡੇ ਹਥਿਆਰ ਬਣਾ ਦਿੱਤੇ, ਵਾਟ ਫॉर? ਡਿਸਟਰਕਸ਼ਨ ਵਾਸਤੇ। ਇਨਫਾਈਨਾਈਟ ਗਰੀਡ ਹੈ, ਆਫਟਰ ਆਲ ਡਿਸਟਰਕਸ਼ਨ ਹੈ। ਹੁਣ ਜਿਹੜਾ ਹਥਿਆਰ ਬਣੇ ਉਹਨੇ ਚੱਲਣਾ ਤਾਂ ਹੈ ਹੀ ਹੈ। ਯੈਸ। ਸੋ ਉਹ ਡਿਸਟਰਕਸ਼ਨ ਕਰੇਗਾ। ਸੋ ਹਿਊਮਨ ਜੇ ਕਹਿੰਦੇ ਆ ਨਾ ਕਿ ਅਸੀਂ ਸਭ ਤੋਂ ਜ਼ਿਆਦਾ ਇਨਸਾਨ ਸਭ ਤੋਂ ਜ਼ਿਆਦਾ ਸਮਝਦਾਰ ਹੈ, ਤਾਂ ਸਮਝਦਾਰੀ ਪ੍ਰੈਕਟੀਕਲ ਦਿਖਣੀ ਚਾਹੀਦੀ ਹੈ, ਸਿਰਫ ਗੱਲਾਂ 'ਚ ਨਹੀਂ। ਸੋ ਅੱਛਾ, ਆਪਾਂ ਜਾਂਦੇ ਜਾਂਦੇ ਇੱਕ ਹੋਰ ਚੀਜ਼ ਡਿਸਕਸ ਕਰਾਂਗੇ, ਛੋਟੀ ਜਿਹੀ। ਹਾਂਜੀ। ਕਿਉਂਕਿ ਇੰਡੀਆ ਨੂੰ ਅਸੀਂ ਕਹਿੰਦੇ ਆ ਕਿ ਪੂਰੀ ਦੁਨੀਆ ਇੰਡੀਆ ਵੱਲ ਦੇਖਦੀ ਪਈ ਹੈ, ਇੰਡੀਅਨ ਵਿਜ਼ਡਮ ਵੱਲ ਦੇਖਦੀ ਪਈ ਹੈ। ਇੰਡੀਆ ਦੇ ਵਿੱਚ ਜਿਹੜਾ ਪੋਲੀਟੀਕਲ ਸਿਨੈਰੀਓ ਬਣਦਾ ਪਿਆ ਉਹਨੂੰ ਦੇਖਦੀ ਪਈ ਹੈ, ਡੈਮੋਕ੍ਰੇਸੀ ਦੇ ਕੰਟੈਕਸਟ ਦੇ ਵਿੱਚ, ਔਰ ਇੰਡੀਅਨ ਇਕੋਨਮੀ ਨੂੰ ਦੇਖਦੀ ਪਈ ਹੈ। ਨਵਾਂ ਬਜਟ ਆਇਆ ਉਹਨੂੰ ਵੀ ਦੇਖਦੀ ਪਈ ਹੈ, ਕਿਉਂਕਿ ਇੱਧਰੋਂ ਵੀ ਸਟੇਟਮੈਂਟਸ ਗਈਆਂ ਨੇ ਪੂਰੀ ਦੁਨੀਆ ਦੇ ਉੱਤੇ ਅਸਰ ਪਾਉਣਾ ਇਹਦਾ। ਸੋ ਵਾਟ ਡੂ ਯੂ ਸੀ ਕਿ ਇਹ ਜਿਹੜਾ ਸਾਲ ਹੈ ਇੰਡੀਆ ਦੇ ਵਿੱਚ ਕਿੱਦਾਂ ਦਾ ਹੋਣ ਵਾਲਾ ਹੈ ਨੈਕਸਟ ਇਲੈਕਸ਼ਨਸ ਵਾਸਤੇ, ਔਰ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਦਾ ਹੋਣ ਵਾਲਾ, ਕਿਉਂਕਿ G20 ਸਮਿਟ ਵੀ ਹੋਣ ਜਾ ਰਹੀ ਹੈ ਇਸ ਸਾਲ ਦੇ ਵਿੱਚ, ਔਰ ਅਸੀਂ ਕਾਫੀ ਡਿਸਕਸ ਵੀ ਕੀਤੇ ਜਾ ਰਹੇ ਹਾਂ ਪੂਰੀ ਦੁਨੀਆ ਦੇ ਵਿੱਚ ਇੰਡੀਅਨ ਵਿਜ਼ਡਮ। ਯਾ ਮੈਂ ਇੱਥੇ 2 ਚੀਜ਼ਾਂ ਕਹੂੰਗੀ। ਇੱਕ ਤੇ ਦੇਰ ਇਜ਼ ਅ ਕਨਸੈਪਟ ਕਾਲਡ ਆਫਸ਼ੋਰ ਬੈਲੈਂਸਿੰਗ। ਆਫਸ਼ੋਰ ਬੈਲੈਂਸਿੰਗ 'ਚ ਕੀ ਹੁੰਦਾ ਹੈ ਕਿ ਜਿਹੜਾ ਪਲੇਅਰ ਹੁੰਦਾ ਨਾ, ਉਹ ਡੋਮੀਨੇਟ ਨਹੀਂ ਕਰਦਾ ਪਾਵਰਫੁਲ ਹੁੰਦੇ ਹੋਏ ਵੀ, ਬਟ ਉਹ ਇਨਸ਼ੋਰ ਕਰਦਾ ਹੈ ਕਿ ਕੋਈ ਹੋਰ ਵੀ ਡੋਮੀਨੇਟ ਨਾ ਕਰ ਜਾਏ। ਉਹ ਆਪ
ਜਿਹਨੂੰ ਕਹਿੰਦੇ ਨਾ ਗੁੰਡਾ ਨਹੀਂ ਬੰਦਾ, ਪਰ ਉਹ ਕੋਸ਼ਿਸ਼ ਕਰਦਾ ਕਿ ਕੋਈ ਹੋਰ ਗੁੰਡਾ ਨਾ ਬਣੇ। ਇਸ ਕਨਸੈਪਟ ਨਾਲ ਇੰਡੀਆ ਦੀ ਅਸੀਂ ਜਿਹੜੀ ਜੀਓ ਪੋਲੀਟੀਕਲ ਸਿਚੁਏਸ਼ਨ ਆ ਉਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਫੋਰ ਐਗਜ਼ਾਮਪਲ, ਰਸ਼ੀਆ ਵੀ ਬਾਹਾਂ ਖੋਲ੍ਹ ਕੇ ਖੜਾ ਇੰਡੀਆ ਲਈ ਵੀ ਆ ਜਾ, ਅਮਰੀਕਾ ਵੀ, ਵੈਸਟਰਨ ਵਰਲਡ ਵੀ, ਬਟ ਅਸੀਂ ਮਲਟੀਲੈਟਰਲਿਜ਼ਮ ਵੱਲ ਤੁਰ ਰਹੇ ਹਾਂ। ਨੰਬਰ 1, ਅਸੀਂ ਕਿਸੇ ਦੇ ਵੀ ਉਹਦੇ ਮਤਲਬ ਜਿੱਧਰ ਤੁਸੀਂ ਸੋਚੋ ਜੇ ਚਾਈਨਾ, ਰਸ਼ੀਆ, ਇੰਡੀਆ ਇੱਕ ਪਾਸੇ ਹੋ ਜਾਣ ਜਾਂ ਵੈਸਟਰਨ ਵਰਲਡ, ਅਮਰੀਕਾ ਔਰ ਇੰਡੀਆ ਇੱਕ ਪਾਸੇ ਹੋ ਜਾਣ ਤੇ ਚਾਈਨਾ ਔਰ ਰਸ਼ੀਆ ਬਿਲਕੁਲ ਕਲੀਅਰ ਕੱਟ ਡਿਵਾਈਡ ਹੋ ਜਾਏਗਾ। ਕੀ ਸਿਚੁਏਸ਼ਨ ਹੋਏਗੀ ਸੋਚੋ। ਓਕੇ, ਫਿਰ ਤਾਂ ਬਿਲਕੁਲ ਹੀ ਕਲੀਅਰ ਕੱਟ ਹੋ ਗਿਆ ਨਾ। ਵੈਸੇ ਵੀ ਜਿਹੜਾ ਹੁਣ ਜਿਹੜਾ ਵਾਰ ਚੱਲ ਰਿਹਾ ਹੈ ਰਸ਼ੀਆ ਵਾਲਾ, ਮਤਲਬ ਸ਼ੁਕਰ ਕਰੋ ਹਜੇ ਸਿਰਫ 2 ਕੰਟਰੀਜ਼ ਦੇ ਵਿੱਚ ਹੀ ਲਿਮਿਟਡ ਹੈ। ਇਹਨੂੰ ਜਿਹੜਾ ਕੋਲਡ ਵਾਰ ਦੇ ਦੌਰਾਨ ਅਮਰੀਕਾ ਜਿਹੜਾ ਰਿਟੋਰਿਕ ਯੂਜ਼ ਕਰਦਾ ਸੀਗਾ, ਠੀਕ ਹੈ, ਹਾਂਜੀ, ਡੈਮੋਕ੍ਰੇਸੀ ਵਰਸਸ ਡਿਕਟੇਟਰਸ਼ਿਪ, ਹੁਣ ਵੀ ਇਹ ਰਿਟੋਰਿਕ ਯੂਜ਼ ਹੋ ਰਿਹਾ ਕੋਲਡ ਉਹੀ ਵਾਲਾ। ਤੇ ਇੰਡੀਆ ਦੀ ਜਿਹੜੀ ਰੋਲ ਹੈ ਨਾ ਬੜਾ ਹੀ ਨਾਜ਼ੁਕ ਔਰ ਨੱਪਿਆ ਤੁਲਿਆ, ਮਤਲਬ ਇੰਡੀਆ ਇਜ਼ ਵੈਰੀ ਇੰਪੋਰਟੈਂਟ, ਵੈਰੀ ਵੈਰੀ ਇੰਪੋਰਟੈਂਟ। ਰੱਬ ਇੰਡੀਆ ਨੂੰ ਵਿਜ਼ਡਮ ਦੇਵੇ ਕਿ ਦੁਨੀਆ ਬਰਕਰਾਰ ਰਵੇ, 3rd ਵਰਲਡ ਵਾਰ ਅਸੀਂ ਨਾ ਚਲੀਏ। ਜਿਹੜੇ ਵੀ ਸਾਡੇ ਲਾਅ ਮੇਕਰਸ ਹੈ, ਫੋਰਨ ਪਾਲਿਸੀ ਮੇਕਰਸ ਹੈ, ਉਹਨਾਂ ਨੂੰ ਪਰਮਾਤਮਾ ਇੰਨੀ ਕੁ ਸਮਝ ਦੇਵੇ ਕਿ ਅਸੀਂ ਦੁਨੀਆ 'ਚ ਵੀ ਸ਼ਾਂਤੀ ਬਣੇ ਰਹੇ ਐਂਡ ਅਸੀਂ ਸੱਚੀ ਮੁੱਚੀ ਜਿਹੜੇ ਸਾਡੇ ਗ੍ਰੰਥਾਂ ਦੀ ਸ਼ਕਤੀ ਹੈ ਉਹ ਦੁਨੀਆ ਨੂੰ ਦਿਖਾ ਸਕੀਏ। ਨਾਓ ਨੰਬਰ 2, G20 ਦੀ ਤੁਸੀਂ ਗੱਲ ਕੀਤੀ ਹੈ। ਹੁਣ ਦੁਨੀਆ ਸਾਨੂੰ ਕਿੱਦਾਂ ਦੇਖ ਰਹੀ ਹੈ? ਬਾਈਡਨ ਸਾਹਿਬ ਵੀ ਕਹਿ ਦਿੰਦੇ ਕਿ ਵਾਈ ਮੋਦੀ ਇਜ਼ ਨਾਟ ਪਲੇਇੰਗ ਰੋਲ ਟੂ ਵਾਈਂਡ ਅਪ ਦੀ ਵਾਰ, ਠੀਕ ਹੈ। ਹੁਣ ਜਦੋਂ G20 'ਚ ਜੇ ਪਿਊਟਿਨ ਸਾਹਿਬ ਅਤੇ ਬਾਈਡਨ ਆਉਂਦੇ ਹੈ, ਜੇ ਮੋਦੀ ਸਾਹਿਬ ਉਹਨਾਂ ਦੋਨਾਂ ਨੂੰ ਮਿਲਾ ਕੇ ਕਿਤੇ ਆਗਰੇ ਲੈ ਜਾਣ, ਕਿਤੇ ਇੱਧਰ ਉੱਧਰ ਚਾਏ ਸਮੋਸਾ ਜੋ ਵੀ ਹੈ ਕਿਤੇ ਗੱਲਬਾਤ ਕਰਾ ਦੇਣ ਜੀ, ਦੈਟ ਵਿਲ ਬੀ ਬਿਗ ਕੰਟਰੀਬਿਊਸ਼ਨ ਟੂ ਦੀ ਵਰਲਡ। ਓਕੇ, ਇਸ ਤੋਂ ਇਲਾਵਾ ਹੋਰ ਰਸਤਾ ਕੋਈ ਨਹੀਂ ਜੀ। ਸੋ ਕਈ ਐਕਸਪਰਟਸ ਇਹ ਮੰਨਦੇ ਨੇ ਕਿ ਇਸ ਵਕਤ ਜੋ ਪਾਵਰ ਦਾ ਖੇਲ ਚੱਲਦਾ ਪਿਆ ਦੁਨੀਆ ਦੇ ਵਿੱਚ, ਐਂਡ ਦੋਜ਼ ਹੂ ਆਰ ਕੰਟਰੋਲਿੰਗ ਦੀ ਵਰਲਡ ਐਂਡ ਵਰਲਡ ਪੋਲਿਟਿਕਸ, ਜਿਹਨੂੰ ਆਪਾਂ ਕਹਿੰਦੇ ਹਾਂ ਨਿਊ ਵਰਲਡ ਆਰਡਰ, ਉਸ ਕੰਟੈਕਸਟ ਦੇ ਵਿੱਚ 3rd ਵਰਲਡ ਵਾਰ ਕਿਤੇ ਨਾ ਕਿਤੇ ਜਾ ਕੇ ਮਸਟ ਹੋ ਜਾਏਗੀ, ਬੈਲੈਂਸ ਕਰਨ ਵਾਸਤੇ ਸਾਰੀ ਪਾਵਰ ਨੂੰ, ਤਾਂ ਕਿ ਅੱਗੇ ਕੰਟਰੀਜ਼ ਅੱਗੇ ਰਨ ਚੱਲ ਸਕਣ, ਅੱਗੇ ਦੁਨੀਆ ਚੱਲ ਸਕੇ, ਰਨ ਕਰ ਸਕੇ। ਕਈ ਇਹ ਵੀ ਕਹਿੰਦੇ ਨੇ ਕਿ ਕਿਤੇ ਨਾ ਕਿਤੇ ਜਾ ਕੇ 3rd ਵਰਲਡ ਵਾਰ ਮਸਟ ਹੋ ਜਾਏਗੀ ਬੈਲੈਂਸ ਕਰਨ ਵਾਸਤੇ ਸਾਰੀ ਪਾਵਰਸ ਨੂੰ, ਅਕੋਰਡਿੰਗ ਟੂ ਨਿਊ ਵਰਲਡ ਆਰਡਰ। ਬਟ ਗੋਡ ਨੋਸ ਹੋਣ ਵਾਲਾ ਹੈ ਇਹ ਕਿ ਨਹੀਂ ਹੋਣ ਵਾਲਾ, ਬਟ ਅਸੀਂ ਕਹਾਂਗੇ ਕਿ ਨਹੀਂ, ਨਾ ਹੀ ਹੋਵੇ ਤਾਂ ਠੀਕ ਹੈ, ਬੈਲੈਂਸ ਆਪਣੇ ਆਪ ਹੀ ਕਰ ਲਓ ਪਾਵਰ ਦਾ, ਕਿਉਂਕਿ ਹਿਊਮਨ ਲਾਈਫ ਮੈਟਰਸ। ਔਰ ਉਸ ਤੋਂ ਬਾਅਦ ਜਿਹੜੀਆਂ ਐਮਿਨਿਟੀਜ਼ ਆਉਂਦੀਆਂ ਨੇ, ਉਸ ਤੋਂ ਬਾਅਦ ਜਿਹੜੀਆਂ ਟਰਬਲਸ ਆਉਂਦੀਆਂ ਨੇ ਆਫਟਰ ਦਾ ਵਾਰ, ਕਿਉਂਕਿ ਉਹ ਸੰਭਾਲਣਾ ਬਹੁਤ ਮੁਸ਼ਕਿਲ ਹੈ, ਉਹ ਬਹੁਤ ਹੀ ਮੁਸ਼ਕਿਲ ਹੈ। ਉਹਦੇ ਰਿਜ਼ਲਟਸ ਦੇਖੋ, ਹੀਰੋਸ਼ੀਮਾ ਨਾਗਾਸਾਕੀ ਦੇ ਰਿਜ਼ਲਟਸ ਅੱਜ ਵੀ ਦੇਖੋ, ਜਿੱਥੇ ਪਹਿਲੇ ਐਟਮ ਬੰਬ ਸੁੱਟੇ ਗਏ ਸੀ ਔਰ ਉਹ ਅਮਰੀਕਾ ਨੇ ਸੁੱਟੇ ਸੀ ਸਭ ਤੋਂ ਪਹਿਲਾਂ। ਉਹਦੇ ਵਾਸਤੇ ਵੀ ਕਈ ਸਟੋਰੀਜ਼ ਨੇ, ਗਲਤ ਕਮਾਂਡ ਹੋ ਗਈ, ਗਲਤ ਮੈਸੇਜ ਹੋ ਗਿਆ, ਸੋ ਮੈਨੀ ਥਿਊਰੀਜ਼, ਬਟ ਜੋ ਹੋ ਗਿਆ ਉਹ ਤਾਂ ਹੋ ਗਿਆ। ਹੁਣ ਥਿਊਰੀਜ਼ ਨੂੰ ਕਰਕੇ ਅਸੀਂ ਕੀ ਕਰਾਂਗੇ? ਰਿਜ਼ਲਟਸ ਤੇ ਉਹਦੇ ਫੇਸ ਕਰਦੇ ਹੀ ਪਏ ਹਾਂ। ਸੋ ਹੋਪਫੁਲੀ ਸਭ ਕੁਝ ਸਹੀ ਰਵੇ। ਥੈਂਕ ਯੂ ਵੈਰੀ ਮਚ ਫॉर ਦਿਸ ਵੰਡਰਫੁਲ ਟਾਕ। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਕਹਾਂਗੇ ਕਿ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮੈਲ USA TV ਜ਼ਰੂਰ ਸਬਸਕ੍ਰਾਈਬ ਕਰੋ। ਥੈਂਕ ਯੂ ਵੈਰੀ ਮਚ ਮੈਮ। ਸਤਿ ਸ਼੍ਰੀ ਅਕਾਲ।